ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਕੁਛ ਇਹੋ ਜਿਹਾ ਮਸਲੇ, ਕੁਛ ਇਹੋ ਜਿਹਾ ਇਸ਼ੂਜ਼ ਲੈ ਕੇ ਆਉਣਾ ਜਿਹੜੇ ਸ਼ਾਇਦ ਕਿਸੇ ਹੋਰ ਟੈਲੀਵਿਜ਼ਨ ਜਾਂ ਰੇਡੀਓ 'ਤੇ ਜਾਂ ਕਿਸੇ ਹੋਰ ਮੀਡੀਆ 'ਤੇ ਸ਼ਾਇਦ ਉਹਨਾਂ ਬਾਰੇ ਡਿਸਕਸ਼ਨ ਨਾ ਹੁੰਦੀ ਹੋਵੇ। ਅਤੇ ਅੱਜ ਵੀ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਹੀ ਮਸਲਾ ਕਿ ਲੈ ਕੇ ਆਇਆ ਹੈਗਾ। ਅਤੇ ਤੁਹਾਨੂੰ ਪਤਾ ਹੈ ਕਿ ਮੈਂ ਆਪਣਾ ਲੇਖ, ਆਪਣੀ ਕੋਈ ਜੀਵਨੀ ਕਿਸੇ ਮਹਾਨ ਪੁਰਸ਼ ਦੀ ਪੜ੍ਹਨ ਤੋਂ ਬਾਅਦ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰਦਾ, ਤਾਂ ਕਿ ਆਪਾਂ ਇੱਕ ਡਾਇਲੋਗ, ਆਪਾਂ ਇੱਕ ਡਿਸਕੋਰਸ ਅਤੇ ਆਪਾਂ ਇੱਕ ਜਿਹੜੀ ਡਿਸਕਸ਼ਨ ਹੈਗੀ ਆ ਉਹ ਰਚਾ ਸਕੀਏ। ਅਤੇ ਉਹਦੇ ਲਈ ਜਿਹੜੀਆਂ ਟੈਲੀਫੋਨ ਕਾਲਸ ਹੈਗੀਆਂ ਉਹ ਸਾਡੀਆਂ ਹੁਣ ਤੋਂ ਖੁੱਲ੍ਹੀਆਂ 0300 770 2246। ਅਤੇ ਨਾਲ ਦੀ ਨਾਲ ਹੀ ਜਿਸ ਤਰ੍ਹਾਂ ਤੁਸੀਂ ਅੱਜ ਪਿੱਛੇ ਬੈਕਗਰਾਊਂਡ ਦੇ ਵੀ ਦੇਖ ਰਹੇ ਹਾਂ ਕਿ ਆਪਣੇ ਇੰਡੀਆ ਵਿੱਚ ਅਤੇ ਪੰਜਾਬ ਵਿੱਚ ਅਤੇ ਹੋਰ ਪੰਜਾਬ ਤੋਂ ਬਿਨਾਂ ਬਾਕੀ ਸਟੇਟਾਂ ਵਿੱਚ ਵੀ ਬਹੁਤ ਬੁਰਾ ਹਾਲ ਹੈਗਾ। ਉੱਥੇ ਫਲੱਡਸ ਵਗੈਰਾ ਬਹੁਤ ਆਏ ਹੈਗੇ ਆ ਅਤੇ ਬਹੁਤ ਸਾਰੇ ਗਰੀਬ ਲੋਕ ਜਿਹੜੇ ਹੈ ਉਹ ਇੱਥੋਂ ਮੁਤਾਸਰ ਵੀ ਹੋਏ ਹੈਗੇ ਆ। ਲੋਕਾਂ ਦੇ ਘਰ ਜਿਹੜੇ ਹੈਗੇ ਬਰਬਾਦ ਹੋ ਗਏ, ਉਹਨਾਂ ਦੀ ਜਾਇਦਾਦ ਬਰਬਾਦ ਹੋ ਗਈ, ਉਹਨਾਂ ਦੇ ਜੇ ਕੋਈ ਡੰਗਰ ਰੱਖੇ ਸੀ ਉਹ ਵਿਚਾਰੇ ਜਾਂਦੇ ਲੱਗੇ, ਫਸਲਾਂ ਬਰਬਾਦ ਹੋ ਗਈਆਂ। ਅਤੇ ਆਪਾਂ ਉਹਦੀ ਅਪੀਲ ਵੀ ਜਿਹੜੀ ਹੈਗੀ ਆ ਅੱਜ ਕਰ ਰਹੇ ਹਾਂ। ਤਾਂ ਇਸ ਕਰਕੇ ਦਿਲ ਖੋਲ੍ਹ ਕੇ ਤੁਸੀਂ ਯਾਨੀ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੈਗੀ ਆ ਜੇ ਸਹਾਇਤਾ ਕਰ ਸਕੋ ਅਤੇ ਅਸੀਂ ਤੁਹਾਡਾ ਜਿੱਦਾਂ ਤੁਸੀਂ ਅੱਗੇ ਸਾਡੀ ਸਹਾਇਤਾ ਕਰਦੇ ਰਹੇ ਹੋ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਜਿਸ ਤਰ੍ਹਾਂ ਪਿੱਛੇ ਵੀ ਰਹੇ ਅਤੇ ਹੁਣ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਅਤੇ ਮੈਨੂੰ ਪਤਾ ਹੈ ਕਿ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਹਰ ਵੇਲੇ ਜਦੋਂ ਵੀ ਅਸੀਂ ਕੋਈ ਅਪੀਲ ਕਰਦੇ ਹੈਗੇ ਆ ਸਾਡੀ ਉਹ ਬਹੁਤ ਮਦਦ ਕਰਦੇ ਆ। ਅਤੇ ਅੱਜ ਵੀ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕਰੋਗੇ ਅਤੇ ਅਪੀਲ ਲਈ ਵੀ ਵੱਧ ਤੋਂ ਵੱਧ ਪੈਸੇ ਦਿਓਗੇ, ਕਿਉਂਕਿ ਇਹ ਜਿਹੜੇ ਸਾਡੇ ਟੈਲੀਵਿਜ਼ਨ ਵੀ ਯਾਨੀ ਕਿ ਜਿਹੜਾ ਚੱਲਦਾ ਹੈਗਾ ਉਹਦੇ ਲਈ ਵੀ ਸਾਨੂੰ ਪੈਸਿਆਂ ਦੀ ਜ਼ਰੂਰਤ ਰਹਿੰਦੀ ਹੈ। ਅਤੇ ਪਰ ਖਾਸ ਕਰਕੇ ਜਦੋਂ ਇਹੋ ਜਿਹਾ ਕੋਈ ਕ੍ਰਾਈਸਿਸ ਸਾਡੇ ਮੁਲਕ ਦੇ ਵਿੱਚ ਆ ਜਾਂਦਾ ਅਤੇ ਅਸੀਂ ਉੱਥੇ ਵੀ ਜਿਹੜੀ ਹੈ ਤੁਹਾਨੂੰ ਪਤਾ ਕਾਂਚੀ ਟੈਲੀਵਿਜ਼ਨ ਸਦਾ ਹੀ ਉੱਥੇ ਦੇ ਹਾਲਾਤਾਂ ਦੇ ਮੁਤਾਬਕ ਅਸੀਂ ਉਹਨਾਂ ਲੋਕਾਂ ਦੀ, ਆਪਣੇ ਲੋਕਾਂ ਦੀ ਜਿਹੜੀ ਹੈਗੀ ਉਹ ਮਦਦ ਕਰਦੇ ਹਾਂ। ਸਾਡੇ ਭੈਣ ਭਰਾ ਹੈਗੇ, ਸਾਡੇ ਯਾਨੀ ਕਿਹੜੇ ਹੈਗੇ ਉਹ ਰਿਸ਼ਤੇਦਾਰ ਹੈਗੇ ਆ ਅਤੇ ਅਸੀਂ ਉਹਨਾਂ ਵਿੱਚੋਂ ਆਏ ਹੈਗੇ ਉੱਠ ਕੇ। ਅਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸਹਾਇਤਾ ਕਰਨੀ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਅਤੇ ਉਹਦੇ ਲਈ ਤੁਸੀਂ ਸਾਡੀਆਂ ਜਿਹੜੀਆਂ ਲਾਈਨਸ ਹੈਗੀਆਂ, ਟੈਲੀਫੋਨ ਲਾਈਨ ਜਿਹੜੀਆਂ ਉਹ ਸਾਡੀਆਂ ਖੁੱਲ੍ਹੀਆਂ ਹੈਗੀਆਂ। ਤੁਸੀਂ ਉੱਥੇ ਟੈਲੀਫੋਨ ਕਰਕੇ ਜਿਹੜਾ ਹੈਗਾ ਆਪਣਾ ਜਿੰਨਾ ਵੀ ਤੁਹਾਡਾ ਮਨ ਕਰਦਾ ਹੈਗਾ 5, 10, 50, 100, 200 ਇਸ ਤੋਂ ਜ਼ਿਆਦਾ ਯਾਨੀ ਕਿ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੈਗੇ ਆ ਉਹ ਜ਼ਰੂਰ ਜਿਹੜਾ ਹੈਗਾ ਸਾਡੀ ਇਸ ਅਪੀਲ ਨੂੰ ਵੀ ਯਾਨੀ ਕਿ ਮੰਨੋ। ਅਤੇ ਮੈਂ ਇਹ ਪਹਿਲਾਂ ਛੋਟਾ ਜਿਹਾ ਲੇਖ ਪੜ੍ਹਦਾ ਅਤੇ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਹੈਗਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਲਿੱਪ ਵੀ ਦਿਖਾਉਂਦੇ ਰਹਾਂਗੇ ਜੋ ਯਾਨੀ ਕਿ ਉੱਥੇ ਸਿਚੁਏਸ਼ਨ ਯਾਨੀ ਕਿ ਹੈ ਫਲੱਡਸ ਦੀ। ਅਤੇ ਨਾਲ ਦੀ ਨਾਲ ਯਾਨੀ ਕਿ ਤੁਹਾਡੀਆਂ ਮੈਂ ਕਾਲਸ ਵੀ ਲਊਂਗਾ। ਜਿਹੜਾ ਯਾਨੀ ਕਿ ਮਸਲਾ ਆਪਾਂ ਡਿਸਕਸ ਕਰ ਰਹੇ ਜਿਹੜਾ ਕਿ ਬੜਾ ਗੰਭੀਰ ਮਸਲਾ ਹੈਗਾ, ਕਿਉਂਕਿ ਮੈਂ ਤੁਹਾਨੂੰ ਪਤਾ ਲੱਗ ਵੀ ਇਹੋ ਜਿਹੇ ਮਸਲੇ ਲੈ ਕੇ ਜਿਹੜੇ ਤੁਹਾਡੇ ਨਾਲ ਜਾਂ ਮੇਰੇ ਨਾਲ ਅਤੇ ਆਪਣੇ ਸਮਾਜ ਨਾਲ ਸੰਬੰਧਿਤ ਹੁੰਦੇ ਆ ਅਤੇ ਜਿਹਦੇ ਨਾਲ ਅਸੀਂ ਸਾਰੇ ਮੁਤਾਸਰ ਹੁੰਦੇ, ਸਾਡੇ ਬੱਚੇ ਯਾਨੀ ਕਿ ਮੁਤਾਸਰ ਹੁੰਦੇ ਹੈਗੇ ਆ। ਅਤੇ ਇਹ ਅੱਜ ਵੀ ਮੈਂ ਜਿਹੜਾ ਹੈਗਾ ਇੱਕ ਬੜਾ ਗੰਭੀਰ ਮਸਲਾ ਜਿਹੜਾ ਹੈਗਾ ਲੈ ਕੇ ਆਇਆ, ਜਿਹੜਾ ਕਿ ਤੁਹਾਡੇ ਲਈ ਕੋਈ ਓਪਰਾ ਨਹੀਂ ਹੈ ਅਤੇ ਮੇਰੇ ਲਈ ਵੀ ਕੋਈ ਓਪਰਾ ਨਹੀਂ ਹੈ। ਇਹਦਾ ਜਿਹੜਾ ਨਾਂ ਹੈਗਾ ਇਸ ਲੇਖ ਦਾ ਮੈਂ ਰੱਖਿਆ ਹੈਗਾ ਵਿਆਹਾਂ ਦਾ ਵਪਾਰੀਕਰਨ। ਵਿਆਹ ਇਨਸਾਨੀ ਰਿਸ਼ਤਿਆਂ ਦੀ ਇੱਕ ਮਹੱਤਵਪੂਰਨ ਕੜੀ ਹੈ ਜੋ ਅੱਜ ਵੀ ਲੋਕਾਂ ਵਿੱਚ ਹਰਮਨ ਪਿਆਰੀ ਹੈ। ਇਹਦੀ ਧਾਰਮਿਕ ਮਹੱਤਤਾ ਵੀ ਹੈ ਅਤੇ ਕਾਨੂੰਨੀ ਮਹੱਤਤਾ ਵੀ ਹੈ ਅਤੇ ਸਮਾਜਿਕ ਮਹੱਤਤਾ ਵੀ ਹੈ। ਪਿਛਲੇ 5-6 ਦਹਾਕਿਆਂ ਤੋਂ ਇਸ ਵਿੱਚ ਬੜੀਆਂ ਤਬਦੀਲੀਆਂ ਆਈਆਂ ਹਨ ਜਿਨ੍ਹਾਂ ਦਾ ਸਾਡੀਆਂ ਕਦਰਾਂ ਕੀਮਤਾਂ ਉੱਪਰ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਅਤੇ ਔਰਤਾਂ ਦਾ ਖਿਲਵਾੜ ਵੀ ਬਹੁਤ ਜ਼ਿਆਦਾ ਵਧਿਆ ਹੈ। ਇਸ ਸਾਰੇ ਪਿੱਛੇ ਇੱਕ ਮੋਟਾ ਕਾਰਨ ਆਰਥਿਕਤਾ ਦਾ ਹੈ ਅਤੇ ਉਸ ਭੁੱਖ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾਂਦੇ ਹਨ। ਪੰਜਾਬ ਵਿੱਚ ਖਾਸ ਕਰਕੇ ਅਤੇ ਸਾਰੇ ਏਸ਼ੀਅਨ ਮੁਲਕਾਂ ਸਣੇ ਭਾਰਤ ਫਰਜ਼ੀ ਵਿਆਹ ਪੈਸੇ ਲੈ ਦੇ ਕੇ ਕੀਤੇ ਜਾਂਦੇ ਹਨ ਤਾਂ ਕਿ ਪੱਛਮੀ ਮੁਲਕਾਂ ਵਿੱਚ ਪਹੁੰਚਿਆ ਜਾ ਸਕੇ। ਪੱਛਮੀ ਮੁਲਕਾਂ ਵਿੱਚ ਪਹੁੰਚਣ ਬਾਅਦ ਮੁੰਡਾ ਕੁੜੀ ਆਪਣਾ ਆਪਣਾ ਰਸਤਾ ਅਖਤਿਆਰ ਕਰ ਲੈਂਦੇ ਹਨ। ਬਹੁਤਿਆਂ ਕੇਸਾਂ ਵਿੱਚ ਆਈਲੈਟਸ ਪਾਸ ਕੁੜੀਆਂ ਹੁੰਦੀਆਂ ਹਨ ਅਤੇ ਅਗਾਂਹ ਦੀ ਪੜ੍ਹਾਈ ਲਈ ਪੱਛਮੀ ਮੁਲਕਾਂ ਦਰਵਾਜ਼ੇ ਖੋਲ੍ਹ ਰੱਖੇ ਹਨ ਅਤੇ ਇਸ ਜਾਣਬੁੱਝ ਕੇ ਬਣਾਈ ਚੋਰ ਮੋਰੀ ਰਾਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਲੜਕੇ ਲੜਕੀਆਂ ਇਹਨਾਂ ਮੁਲਕਾਂ ਵਿੱਚ ਪਹੁੰਚ ਚੁੱਕੇ ਹਨ ਅਤੇ ਪਹੁੰਚ ਰਹੇ ਹਨ। ਇਸ ਵਰਤਾਰੇ ਵਿੱਚ ਵੀ ਇਹਨਾਂ ਦਾ ਆਰਥਿਕ ਲਾਭ ਹੈ। ਛੋਟੇ ਮੋਟੇ ਕੋਰਸਾਂ ਤੋਂ ਬਿਨਾਂ ਉੱਚ ਪੜ੍ਹਾਈ ਲਈ ਵੀ ਦਾਖਲੇ ਦੇ ਕੇ ਫੀਸ ਦੀ ਦੁੱਗਣੀ ਤਿੱਗਣੀ ਦਰ ਲੈ ਲਈ ਜਾਂਦੀ ਹੈ। ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ ਬੜੇ ਘੱਟ ਹੁੰਦੇ ਹਨ ਜਿਸ ਕਰਕੇ ਉਹਨਾਂ ਨਿਸ਼ਚਿਤ ਘੰਟਿਆਂ ਵਿੱਚ ਕੰਮ ਉਹਨਾਂ ਦਾ ਗੁਜ਼ਾਰਾ ਨਹੀਂ ਕਰ ਸਕਦਾ। ਅਗਰ ਸੱਚੀ ਮੁੱਚੀ ਵਿਆਹ ਹੋਇਆ ਹੈ ਤਾਂ ਪਤੀ ਕੰਮ ਕਰਦਾ ਹੈ ਅਤੇ ਨਾਲ ਬੱਚਿਆਂ ਦਾ ਵੀ ਖਰਚਾ ਚੁੱਕਦਾ ਹੈ। ਵਿਦਿਆਰਥੀ ਲੜਕੀਆਂ ਵੀ ਨਿਸ਼ਚਿਤ ਘੰਟਿਆਂ ਤੋਂ ਜ਼ਿਆਦਾ ਚੋਰੀ ਕੰਮ ਕਰਦੀਆਂ ਹਨ ਤਾਂ ਕਿ ਤੁਰਿਆ ਰਹੇ। ਬੜੇ ਘੱਟ ਕੇਸ ਇਹੋ ਜਿਹੇ ਹਨ ਜਿੱਥੇ ਪੜ੍ਹਨ ਆਏ ਵਿਦਿਆਰਥੀਆਂ ਵਾਕਿਆ ਹੀ ਪੜ੍ਹਾਈ ਕੀਤੀ ਹੈ। ਵਰਤਾਰਾ ਇਹ ਹੈ ਕਿ ਇਹਨਾਂ ਮੁਲਕਾਂ ਵਿੱਚ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਪੱਕਾ ਹੋਣਾ ਹੈ।
कई लड़कियां का सरीरक शोषण भी हो रहा है। काम ना मिलने की हालत में धार्मिक स्थानों में जाके रोटी खाधी जा रही है और कई केसों में उन्होंने शरीर भी बेचना पै रहा है। कुछ केस इहो जिहे भी हैं जिथे विद्यार्थी विद्यार्थियां इकट्ठे रहिंदे हन और लड़कियां गर्भवती हो जांदियां हन और करतूत करन वाला फिर अगांह पिछां हो जाता है। कुछ इहो जिहे भी केस हैं जिथे किराए के घर में विद्यार्थियों लड़की का संबंध घर में पक्के रहिंदे लड़के नाल बन जाता है। माँ बाप के पता होने के बावजूद भी वो चुप रहिंदे हन। लड़की नूं काका जी लाग लाई रखते हैं, लारा लाई रखते हैं कि वो उन्होंने ब्याह करवा के इस मुल्क में पक्का करवा देंगे। पर जब लड़की गर्भवती हो जाती है तो काका जी को किसी होर मुल्क या घरों बाहर दौड़ाता जाता है। लड़की को अद्धी रात को घरों बाहर कढ़ता जाता है। इहो जिहे केसां में लड़कियां ने आत्म हत्यावां कीतियां हन। इन्हां मुल्कों में फीसां तो बिना रहन सहन खाण पीण और पहनण पचण के बहुत खर्चे हैं। देशों इन्ने ज़्यादा पैसे आ नहीं सकते क्योंकि बहुते केसों में माँ बाप ने पहला ही आधार कर्जा चुक के या जमीन जायदाद लै बेच के दलालों के मूँह भरन तो बाद फीसां भी 3 महीनों दी तारियां होंदियां हन। वो होर पैसे देने तो असमर्थ होंदे हन। ये सारे हालात भी खुदकशी लई मजबूर करते हैं। कुछ इहो जिहे भी केस हैं जिथे पैसे दे दवा के चालू किस्म दी गोरियां नाल फर्जी ब्याह करा के पक्के होने का जुगाड़ लाया जाता है। भावें उस गोरी कोई एशियन भाषा ना आती होवे अते ब्याह कराने वाले काका जी भी उस लड़की की पोलिश रोमानियन फ्रेंच डच जर्मन आदि भाषा ना आती होवे। अट्टे सट्टे के ब्याह का भी इन्हां मुल्कों में कोई घाटा नहीं है। अते एक परिवार ने अपने किसी पक्के लड़की नाल किसी का जाली आया रिश्तेदार काका जी ब्याह करा के पक्का किया है तो जद उन्होंने अपने किसी रिश्तेदार नूं वायदे मुताबिक पक्का कराने की गल की तो वह मुकर गए। इन्हां अट्टे सट्टे के ब्याह ने बहुत सारे परिवारों में जिंदगी भर लई खटास भर के रख दी है। इस सारे बरतारे पिछे आर्थिकता का काम करती है, सगों धार्मिक समाजिक और परंपरागत कदरां कीमतां का भी बुरी तरह घाण किया जा रहा है। ये काम अपने मुल्क भारत में भी हो रहा है। कुछ इहो जिहे केस भी सामने आए हैं जिथे एक बाप अपनी धी नाल फर्जी ब्याह करवा के कनेडा जाने की कोशिश कर रहा सी ताकि कनेडा में पक्की रह रही धी के जरिए वो उत्थे जा सके। एयरपोर्ट पर शक पैण उत्ते कनेडा वाले सारे केस का खुलासा करता। बरतानिया में एक केस का मैं वाकफ हाँ जिथे सके भैन भरावां ब्याह करवा लिया और बच्चे भी पैदा कर लए ताकि इत्थे पक्किया होया जा सके। कई पक्के रहिंदियां ने विद्यार्थी लड़कियां नूं रखील के तौर पर भी रखा है। रिपोर्टां तो यह भी आ रही हैं कि वह सड़कों के खुंजियां पर खड़ के गाहक भी लभदियां हैं कई लोगों को देह व्यापार लई सद्दा पत्र भी दिंदियां हैं। इस संदर्भ में प्रोफैसर अवतार सिंह जी ने फेसबुक वॉल से 5 जुलाई 23 लिखा है, माड़ियां जिहियां लावां। अजकल कालजां में दाखला मुहिम जारी है। हर कॉलेज के कच्चे पक्के अध्यापकों कॉलेज के गेट मोहरे बिठाया जाता है कि पुछगिछ लई आने वाले मुंडे कुड़ियां नूं कॉलेज के गुण दस के दाखले लई प्रेरित किया जाए। अपनी गल की तबीयत होने करके मैं ये सेवा बड़े शौक नाल करता रहा हाँ। खास तौर पर दाखला लैण आए मुंडे कुड़ी के नाल आए बड़े भैन भाई जां माँ बाप नूं इन्ना प्रभावित कर रहिंदा सा कि वो अपने बच्चे नूं साडे कॉलेज में दाखल करा ही जाते सन। इसे पुस कारण परसों चौथे जै मेरे तो रहा ना गया और मैं रिटायर होने के बावजूद कॉलेज चला गया। मैं देखा कि मुंडियां नालों वध कुड़ियां आ रही सन और इस तरह के सवाल कर रही सन कि वो दाखला लैके नाल आईलैट्स कर सकणगियां। एक लड़की आई जो देखने नूं इन्नी निक्की जी सी कि जमा ही धख लगती सी। कहण लगी कि वो आईलैट्स करती है और उन्हें नाल पढ़ाई भी करनी है। मैं हैरान होया कि पढ़ाई के नाल आईलैट्स करने बारे तो सारे पुछण आउंदे हन पर वो लड़की आईलैट्स के नाल पढ़ना चाहती है। पुछण ते उन्हें दस्सिया कि उहदे मापिਆਂ ने एजेंट नाल गल कर ली है और अगों एजेंट ने अजिहा मुंडा लभ लिया है जिहड़ा कुड़ी नूं आईलैट्स करा के बाहर भेजण तक सारा खर्चा चुकेगा। मैं उहदे वल देखिया और हैरान होकर पूछया कि उन्हें हुणे ही ब्याह करवा लेना है। उन्हें जवाब ने मेरी हैरानी घटाउण की बजाय होर वधा दी। कहण लगी कि पक्का ब्याह नहीं करना, बस कोर्ट मैरिज करनी है और माड़ियां जिहियां लावां लैणियां हन। उधर जाके तलाक ले लेना, फिर इधरों कोई होर मुंडा बाहर कढ़ना है। उहदे वांग मुंडे ने उहदे बहाने बाहर जाके इधरों होर कुड़ी बाहर खिंचनी है। मैं उहदे कढ़ना और खिंचनी लफ्ज़ों तो अंदाज़ा लगाया कि अजकल पंजाब में मुंडे कुड़ियां दी खिच्चा धोई इन्ने जोरां शोरां नाल चल रही है कि पंजाब एक बड़ा सारा बिरध आश्रम बनता जा रहा है। मैं उस लड़की ने पूछा कि वो जाली ब्याह करा के खुश होवेगी। वो कहण लगी कि हुण कुछ बन लई कुछ करना ही पैना है। मैं सोचा कि इस कुड़ी नूं कुछ करन ते सब कुछ करन विचला फर्क नहीं पता। उन्होंने नहीं पता कि इस कुछ करन ने उन्होंने इन्ना आज़ाद देना है
कि ਉਹਦੇ ਪੱਲੇ ਉਮਰ ਜਿੱਡੀ ਲੰਮੀ ਖੁਦਕੁਸ਼ੀ ਦੇ ਸਿਵਾਏ ਕੁਝ ਨਹੀਂ ਬਚਣਾ। ਉਹਦੀ ਗੱਲ ਸੁਣ ਕੇ ਮੈਂ ਉਦਾਸ ਹੋ ਗਿਆ ਕਿ ਇਸ ਕੁੜੀ ਨੂੰ ਪਤਾ ਨਹੀਂ ਕਿ ਉਹਦਾ ਕੁਝ ਬਣਨ ਦਾ ਸੁਪਨਾ ਇੱਥੇ ਹੀ ਪੂਰਾ ਹੋ ਸਕਦਾ ਹੈ, ਬਾਹਰ ਜਾ ਕੇ ਤਾਂ ਇਹ ਕਦੇ ਵੀ ਕੁਝ ਬਣ ਨਹੀਂ ਸਕੇਗੀ ਅਤੇ ਇਹਦੀ ਆਪਣੇ ਆਪ ਨਾਲ ਵੀ ਇੰਨੀ ਅਣਬਣ ਹੋ ਜਾਵੇਗੀ ਕਿ ਉਹ ਆਪਣੇ ਆਪ ਨੂੰ ਕੀ ਮਾਪੇ ਨੂੰ ਵੀ ਤਰਸਦੀ ਰਹੇਗੀ। ਉਹ ਉੱਧਰ ਸਾਰਾ ਮੁਲਕ ਉਹਦੇ ਲਈ ਯਤੀਮਖਾਨਾ ਬਣਿਆ ਰਹੇਗਾ ਅਤੇ ਇੱਧਰ ਮਾਪਿਆਂ ਲਈ ਆਪਣਾ ਮੁਲਕ ਮੌਤ ਹੋਣ ਤੱਕ ਲਮਕਦਾ ਬਿਰਧ ਆਸ਼ਰਮ ਬਣ ਜਾਵੇਗਾ। ਕੁੜੀ ਦੀ ਗੱਲ ਸੁਣ ਕੇ ਮੈਂ ਸੋਚਦਾ ਹੀ ਰਹਿ ਗਿਆ ਅਤੇ ਮੈਨੂੰ ਕਮਲ ਦੀ ਕਹਾਣੀਆਂ ਦੀ ਕਿਤਾਬ ਸੰਦੂਰ ਚੇਤੇ ਆਈ, ਜਿਹਦੀ ਇੱਕ ਕਹਾਣੀ ਵਿੱਚ ਲੇਖਕ ਕਿਸੇ ਕੋਠੇ ਉੱਤੇ ਜਾਂਦਾ ਹੈ ਅਤੇ ਉਹਨੂੰ ਤਰ੍ਹਾਂ ਦੇ ਸਵਾਲ ਪੁੱਛਣ ਡੈ ਪੈਂਦਾ ਹੈ। ਕੋਠੇ ਵਾਲੀ ਸੋਚਦੀ ਹੈ ਕਿ ਇਹ ਬੰਦਾ ਦੇਹ ਪਰਚਾਵੇ ਦੀ ਥਾਂ ਦਿਲ ਪਰਚਾਵਾ ਕਰਨ ਵਾਲਾ ਹੀ ਹੈ। ਲੇਖਕ ਪੁੱਛਦਾ ਹੈ ਕਿ ਉਹ ਇਹ ਕੰਮ ਕਿਉਂ ਕਰਦੀ ਹੈ, ਤਾਂ ਉਹ ਦੱਸਦੀ ਹੈ ਕਿ ਇਹ ਕੰਮ ਉਹਦਾ ਬਾਪ ਕਰਾਉਂਦਾ ਹੈ। ਲੇਖਕ ਪੁੱਛਦਾ ਹੈ ਕਿ ਉਹਦਾ ਬਾਪ ਕਿੱਥੇ ਹੈ, ਜਦ ਉਹ ਦੱਸਦੀ ਹੈ ਕਿ ਬਾਹਰ ਸੌਦਾ ਕਰਨ ਵਾਲਾ ਉਹਦਾ ਬਾਪ ਹੀ ਸੀ ਤਾਂ ਲੇਖਕ ਉਸਦੇ ਬਾਪ ਨੂੰ ਅੰਦਰ ਬੁਲਾ ਕੇ ਪੁੱਛਦਾ ਹੈ ਕਿ ਉਹ ਆਪਣੀ ਬੇਟੀ ਕੋਲੋਂ ਇਹ ਕੰਮ ਕਿਉਂ ਕਰਾਉਂਦਾ ਹੈ। ਕੋਠੇ ਵਾਲੀ ਦਾ ਬਾਪ ਜਵਾਬ ਦਿੰਦਾ ਹੈ ਕਿ ਇਹ ਸਭ ਕੁਝ ਰੱਬ ਕਰਾਉਂਦਾ ਹੈ। ਲੇਖਕ ਹੈਰਾਨ ਹੁੰਦਾ ਹੈ ਕਿ ਉਹ ਕਿਹੋ ਜਿਹਾ ਰੱਬ ਹੈ ਜਿਹੜਾ ਕਿਸੇ ਬਾਪ ਨੂੰ ਇੰਨਾ ਮਜਬੂਰ ਕਰ ਦਿੰਦਾ ਹੈ ਕਿ ਉਹ ਆਪਣੀ ਬੇਟੀ ਨੂੰ ਕੋਠੇ 'ਤੇ ਬਿਠਾ ਦਿੰਦਾ ਹੈ। ਮੈਨੂੰ ਉਸ ਲੜਕੀ ਦੀ ਗੱਲ ਕਮਲ ਦੀ ਕਹਾਣੀ ਨਾਲ ਐਨ ਮਿਲਦੀ ਲੱਗੀ। ਫਰਕ ਸਿਰਫ ਇੰਨਾ ਹੈ ਕਿ ਹੁਣ ਉਹ ਕੋਠੇ ਕੈਨੇਡਾ ਦੀਆਂ ਬੇਸਮੈਂਟਾਂ ਦਾ ਰੂਪ ਧਾਰ ਗਏ ਹਨ। ਗੁਰਾਂ ਦੇ ਨਾਂ ਉੱਤੇ ਵੱਸਦੇ ਪੰਜਾਬ ਬਾਰੇ ਇਹ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਹੁਣ ਪੰਜਾਬੀ ਮਾਪੇ ਦੱਲੇ, ਲਾੜੇ, ਭੜੂਏ ਅਤੇ ਕੁੜੀਆਂ ਬੇਪਤ ਹੋਣ ਲਈ ਇੰਨੀਆਂ ਤਾਵਲੀਆਂ ਹੋਣਗੀਆਂ ਕਿ ਪਾਣੀਪਤ ਦੇ ਮੈਦਾਨ ਨੂੰ ਵੀ ਮਾਤ ਪਾ ਦੇਣਗੀਆਂ। ਡਾਇਸਪੋਰਿਕ ਅੰਕੜਿਆਂ ਦਾ ਪਤਾ ਨਹੀਂ, ਪਰ ਸਿਆਣੇ ਅਸਿਆਣੇ ਲੇਖਕਾਂ ਅਤੇ ਲੀਡਰਾਂ ਦੇ ਫਿਕਰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦਿਨੋਂ ਦਿਨ ਖਾਲੀ ਹੋ ਰਿਹਾ ਹੈ। ਬਾਹਰ ਜਾਣ ਦੀ ਹੋੜ ਨੂੰ ਠੱਲ ਪੈਣ ਦੀ ਬਜਾਏ ਹਨੇਰੀ ਦਿਨੋਂ ਦਿਨ ਹੋਰ ਮੱਚਦੀ ਜਾ ਰਹੀ ਹੈ ਅਤੇ ਸਾਰੇ ਪਾਸੇ ਫੂਸ ਦੀ ਅੱਗ ਵਾਂਗ ਫੈਲ ਰਹੀ ਹੈ। ਅਜਿਹੀ ਅੱਗ ਫਲਾਉਣ ਵਿੱਚ ਵੀ ਸਾਡੇ ਕਲਾਕਾਰ, ਸਾਹਿਤਕਾਰ ਅਤੇ ਵਿਦਵਾਨ ਲੋਕ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਹ ਬਾਹਰ ਜਾਂਦੇ ਹਨ ਅਤੇ ਜਾਂਦੇ ਹੀ ਫੋਟੋਆਂ ਖਿੱਚ ਫੇਸਬੁੱਕ 'ਤੇ ਇਸ ਤਰ੍ਹਾਂ ਚਾੜ੍ਹਦੇ ਹਨ ਜਿਵੇਂ ਉਹ ਸੱਚਖੰਡ ਵਿੱਚ ਪ੍ਰਵੇਸ਼ ਕਰ ਗਏ ਹੋਣ। ਕਈ ਤਾਂ ਕਿਸੇ ਉੱਚੀ ਇਮਾਰਤ ਸਾਹਮਣੇ ਖੜੀ ਕਰਕੇ ਆਪਣੀ ਘਰਵਾਲੀ ਦੀ ਫੋਟੋ ਖਿੱਚ ਕੇ ਪਾ ਰਹੇ ਹਨ। ਪਤਾ ਨਹੀਂ ਲੱਗਦਾ ਕਿ ਉਹ ਦਿਖਾਉਣਾ ਕੀ ਚਾਹੁੰਦੇ ਹਨ, ਕੈਨੇਡਾ ਦੀ ਇਮਾਰਤ ਦੀ ਉਚਾਈ ਕਿ ਆਪਣੀ ਘਰਵਾਲੀ ਦਾ ਹੁਸਨ। ਵੈਸੇ ਉਹਨਾਂ ਘਰਵਾਲੀਆਂ ਅੰਦਰ ਮਾੜੀ ਮੋਟੀ ਵੀ ਸੰਵੇਦਨਸ਼ੀਲਤਾ ਅਤੇ ਸੂਝ-ਬੂਝ ਹੋਵੇ ਤਾਂ ਉਹ ਇਮਾਰਤ ਅੱਗੇ ਰੱਖਿਆ ਸ਼ੋਪੀਸ ਜਾਂ ਨੁਮਾਇਸ਼ ਦੀ ਸ਼ੈ ਬਣਨ ਦੀ ਲਈ ਕਦੇ ਤਿਆਰ ਨਾ ਹੋਣ। ਬਹੁਤੇ ਲੋਕਾਂ ਦਾ ਧਿਆਨ ਇੱਧਰ ਨਹੀਂ ਜਾਂਦਾ। ਉਹ ਤਾਂ ਅਜਿਹੀਆਂ ਫੋਟੋਆਂ ਦੇਖ ਕੇ ਇਹੀ ਸੋਚਦੇ ਹਨ ਕਿ ਹਾਏ ਓ ਰੱਬਾ, ਅਸੀਂ ਇੱਥੇ ਕਦ ਪੁੱਜਾਂਗੇ। ਇਹੀ ਸੋਚਦੇ ਉਹ ਆਪਣੀਆਂ ਧੀਆਂ ਅਤੇ ਪੁੱਤਾਂ ਦੀ ਬਲੀ ਦੇਣ ਦੇ ਸੁਨਹਿਰੇ ਸੁਪਨੇ ਦੇਖਣ ਲੱਗ ਜਾਂਦੇ ਹਨ। ਸਾਡੇ ਸਾਰੇ ਹੀ ਸਿਆਣੇ ਬਿਆਣੇ ਲੇਖਕ, ਅਲੇਖਕ, ਕਲਾਕਾਰ, ਕਲਾਕਾਰ, ਵਿਦਵਾਨ, ਬੁੱਧੀ ਅਤੇ ਅਬੁੱਧੀਜੀਵੀ ਪੰਜਾਬ ਨੂੰ ਯਤੀਮਤ ਦਾ ਅਹਿਸਾਸ ਕਰਵਾ ਰਹੇ ਹਨ। ਯਤੀਮਤ ਤੋਂ ਚੇਤੇ ਆਇਆ ਕਿ ਸ਼ੇਖ ਸਾਦੀ ਨੇ ਲਿਖਿਆ ਹੈ ਕਿ ਯਤੀਮਾਂ ਦੇ ਸਾਹਮਣੇ ਆਪਣੇ ਬੱਚੇ ਦਾ ਮੂੰਹ ਨਹੀਂ ਚੁੰਮੀਦਾ, ਪਰ ਸਾਡੇ ਲੋਕ ਤਾਂ ਬਗਾਨੇ ਪੁੱਤਾਂ ਦਾ ਮੂੰਹ ਚੱਟਣ ਡਏ ਹੋਏ ਹਨ ਕਿ ਉਹਨਾਂ ਦੇ ਆਪਣੇ ਬੱਚੇ ਹੀ ਖੁਦ ਨੂੰ ਯਤੀਮ ਸਮਝਣ ਲੱਗ ਪਏ ਹਨ। ਵਿਆਹਾਂ ਦਾ ਵਪਾਰੀਕਰਨ ਸਿਰਫ ਪੰਜਾਬੀ ਸਿੱਖਾਂ ਵਿੱਚ ਹੀ ਨਹੀਂ ਹੋ ਰਿਹਾ, ਸਗੋਂ ਇਹ ਵਰਤਾਰਾ ਹਿੰਦੂ ਧਰਮ ਵਾਲੇ ਵੀ ਕਰ ਰਹੇ ਹਨ। ਇਸ ਦੇ ਸੰਬੰਧ ਵਿੱਚ ਸ਼੍ਰੀ ਪ੍ਰਕਾਸ਼ ਸ਼੍ਰੀਵਾਸਤਵ ਦਾ ਮੂਲ ਲੇਖ ਹਿੰਦੂ ਵਿਆਹਾਂ ਦਾ ਵਪਾਰੀਕਰਨ, ਜੋ ਪਵਨ ਕੁਮਾਰ ਰਤੋ ਨੇ ਅਨੁਵਾਦ ਕੀਤਾ ਹੈ ਅਤੇ ਪਹਿਲਾਂ ਸਾਹਿਤਕ ਮੈਗਜ਼ੀਨ ਸਰਿਤਾ ਫਰਵਰੀ 2012 ਵਿੱਚ ਛਪਿਆ ਸੀ ਅਤੇ ਫਿਰ ਵਿਗਿਆਨ ਜੋਤ ਦੇ ਜਨਵਰੀ-ਫਰਵਰੀ 2015 ਦੇ ਅੰਕ ਵਿੱਚ ਅਨੁਵਾਦ ਕੀਤਾ ਛਪਿਆ ਹੈ। ਸ਼੍ਰੀ ਪ੍ਰਕਾਸ਼ ਸ਼੍ਰੀਵਾਸਤਵ ਜੀ ਲਿਖਦੇ ਹਨ, ਪ੍ਰੋਤਾਂ ਦਾ ਲਾਲਚ ਇਸ ਕਦਰ ਆਪਣੀ ਹੱਦ ਲੰਘ ਚੁੱਕਾ ਹੈ ਕਿ ਹੁਣ ਉਹ ਵਿਆਹ ਵਿਧਾਨ ਨੂੰ ਵੀ ਨਕਾਰਨ 'ਤੇ ਤਾਰੂ ਹੋ ਗਏ ਹਨ। ਉਹ ਪੈਸਿਆਂ ਵਾਸਤੇ ਪਰੰਪਰਾ ਦਾ ਮਖੌਲ ਉਡਾ ਰਹੇ ਹਨ। ਵਿਆਹ ਨਾ ਪਵਿੱਤਰ ਬੰਧਨ ਹੈ ਅਤੇ ਨਾ ਹੀ 7 ਜਨਮਾਂ ਦਾ ਸਫ਼ਰ ਹੈ। ਹਾਂ, ਇਹ ਅਜਿਹਾ ਸੰਬੰਧ ਜ਼ਰੂਰ ਹੈ ਜਿਸ ਦਾ ਆਦੇਸ਼ ਇਸਤਰੀ ਪੁਰਸ਼ ਦੇ ਸਰੀਰਕ ਸੰਬੰਧਾਂ ਦੇ ਨਾਲ ਜਨਮੇ ਜਾਇਜ਼ ਬੱਚਿਆਂ ਦੀ ਪਰਵਰਿਸ਼ ਕਰਨਾ ਹੈ ਤਾਂ ਜੋ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਵਿਆਹ ਖੇਲ ਜਾਂ ਤਮਾਸ਼ਾ ਨਹੀਂ ਹੈ, ਪਰੰਤੂ ਧਾਰਮਿਕ ਨਗਰੀ ਕਹੀ ਜਾਣ ਵਾਲੀ ਕਾਂਚੀ ਵਿੱਚ ਜ਼ਰੂਰ ਇਹ ਤਮਾਸ਼ਾ ਬਣ ਕੇ ਰਹਿ ਗਿਆ ਹੈ। ਕੁਝ ਸਾਲਾਂ ਤੋਂ ਕਾਂਚੀ ਵਿੱਚ ਵਿਦੇਸ਼ੀਆਂ ਨੂੰ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਨ ਦਾ ਖੇਲ ਖੇਡਣ ਵਿੱਚ ਬੜਾ ਮਜ਼ਾ ਆ ਰਿਹਾ ਹੈ। ਪਹਿਲਾਂ ਤੋਂ ਸ਼ਾਦੀशुदा ਵਿਦੇਸ਼ੀ ਜੋੜਾ ਕੁਝ ਮਹੀਨੇ ਕਾਂਚੀ ਵਿੱਚ ਪ੍ਰਵੇਸ਼ ਕਰਦਾ ਹੈ। ਇਹਨਾਂ ਦਾ ਪ੍ਰਵਾਸ ਗੰਗਾ ਨਾਲ ਜੁੜੇ ਮਕਾਨਾਂ ਜਾਂ ਲੌਜ, ਛੋਟਾ ਮਕਾਨ ਰਿਹਾਇਸ਼ੀ ਜਿਹੜਾ ਹੁੰਦਾ ਹੈ ਵਿੱਚ ਰਹਿੰਦਾ ਹੈ। ਉਸ ਨੂੰ ਆਸਾਨੀ ਨਾਲ ਅਜਿਹੇ ਪੁਰੋਹਿਤ ਮਿਲ ਜਾਂਦੇ ਹਨ ਜਿਹੜੇ ਪੈਸਿਆਂ ਦੇ ਲਾਲਚ ਵਿੱਚ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਜਾਤ ਪਾਤ ਉੱਤੇ ਨੱਕ ਭਰਵੱਟੇ ਸੰਗਾਉਣ ਵਾਲੇ ਇਹਨਾਂ ਪੁਰੋਹਿਤਾਂ ਨੂੰ ਦੇਖ ਕੇ ਕੁਝ ਵੀ ਇਤਰਾਜ਼ਯੋਗ ਨਹੀਂ ਲੱਗਦਾ।
जद मन भाउंदी दशना लैके विदेशी ईसाई जोड़िਆਂ ਦਾ ਵਿਆਹ ਹਿੰਦੂ ਵਿਧੀ ਵਿਧਾਨ ਨਾਲ ਕਰਾਉਂਦੇ ਹਨ। ਉਸ ਵੇਲੇ ਨਾ ਇਹਨਾਂ ਨੂੰ ਆਪਣੇ ਰੱਬ ਦਾ ਡਰ ਲੱਗਦਾ ਹੈ ਅਤੇ ਨਾ ਹੀ ਸਮਾਜ ਦਾ ਡਰ ਇਸ ਕਰਕੇ ਨਹੀਂ ਲੱਗਦਾ ਕਿ ਸਮਾਜ ਵਿੱਚ ਫੈਲੀ ਧਾਰਮਿਕ ਮੂਰਖਤਾ ਇਹਨਾਂ ਦੀ ਦੇਣ ਹੁੰਦੀ ਹੈ। ਬੇਅਕਲ ਸਮਾਜ ਨੂੰ ਅੱਜ ਵੀ ਇਹਨਾਂ ਰਾਹ ਦਸੇਰਿਆਂ ਦੀ ਲੋੜ ਪੈਂਦੀ ਹੈ। ਵਿਆਹ ਸ਼ਾਦੀ ਦੀ ਕੁੰਡਲੀ ਮਿਲਾਉਣ ਤੋਂ ਲੈ ਕੇ ਸ਼ੁਭ ਅਸ਼ੁਭ ਮਹੂਰਤ ਤੱਕ ਦੇ ਲਈ ਬੇਅਕਲ ਸਮਾਜ ਇਹਨਾਂ ਮੂਹਰੇ ਹਾੜੇ ਕੱਢਦਾ ਹੈ। ਇਹਨਾਂ ਪੁਰਤਾਂ ਦਾ ਹਰ ਹੁਕਮ ਪੱਥਰ ਦੀ ਲਕੀਰ ਮੰਨ ਕੇ ਸਾਡਾ ਸਮਾਜ ਨਿਸ਼ਚਿੰਤ ਹੋ ਜਾਂਦਾ ਹੈ। ਉਸ ਪੰਤਾਈ ਹੁਕਮ ਨੂੰ ਨਾ ਮੰਨਣ ਦਾ ਮਤਲਬ ਤੁਹਾਡੇ ਨਾਲ ਅਣਹੋਣੀ ਹੋ ਸਕਦੀ ਹੈ। ਇਸੇ ਡਰ ਦਾ ਲਾਭ ਇਹ ਪੁਰੋਹਿਤ ਉਠਾਉਂਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਪੂਜਾ ਪਾਠ ਕਰਾਉਂਦੇ ਹਨ। ਇਸ ਮੂਰਖ ਲਾਣੇ ਤੋਂ ਦਰਸ਼ਨਾਂ ਦੇ ਨਾਮ 'ਤੇ ਮੋਟਾ ਧਨ ਠੱਗ ਕੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਅੱਗ ਦੇ ਸਾਹਮਣੇ ਬੈਠਣ ਤੋਂ ਪਹਿਲਾਂ ਇਸਤਰੀ ਪੁਰਖ ਵਿੱਚ ਸਰੀਰਕ ਸੰਬੰਧ ਬਣਿਆ ਹੋਵੇ ਤਾਂ ਵੀ ਅਜਿਹੇ ਜੋੜੇ ਅਣਵਿਆਹੇ ਮੰਨੇ ਜਾਂਦੇ ਹਨ। ਗਰਭਵਤੀ ਇਸਤਰੀ ਦਾ ਵਿਆਹ ਅਣਵਿਆਹਿਆ ਸਮਝਿਆ ਜਾਂਦਾ ਹੈ। ਇਸ ਸਾਰੇ ਕਾਰੋਬਾਰ ਵਿੱਚ ਸਿਰਫ ਮੋਟੀ ਦਕਸ਼ਨਾ ਦੇ ਕੇ ਅਜਿਹੇ ਵਿਆਹ ਕਰਾਉਣਾ ਪੁਰੋਹਿਤਾਂ ਦਾ ਹੱਦ ਤੋਂ ਪਰੇ ਦਾ ਲਾਲਚ ਹੈ। ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਪੁਰੋਹਿਤ ਰੁਪਈਆਂ ਦੇ ਲਾਲਚ ਵਿੱਚ ਇਹ ਖੇਡ ਤਮਾਸ਼ਾ ਕਰਾਉਂਦੇ ਹਨ। ਸਿਰਫ ਪੁਰੋਹਿਤ ਹੀ ਨਹੀਂ, ਜੇਕਰ ਉਹ ਵਿਦੇਸ਼ੀ ਲੰਬੇ ਸਮੇਂ ਤੋਂ ਕਿਸੇ ਮਹੱਲੇ ਵਿੱਚ ਰਹਿ ਰਿਹਾ ਹੋਵੇ ਤਾਂ ਸਪਸ਼ਟ ਹੈ ਕੁਝ ਸਥਾਨਕ ਲੋਕਾਂ ਨਾਲ ਵਾਕਫੀ ਵੀ ਹੋ ਜਾਂਦੀ ਹੈ। ਉਹਨਾਂ ਦੇ ਜ਼ਰੀਏ ਕੰਨਿਆਦਾਨ, ਬਰਾਤੀ, ਬੈਂਡ ਬਾਜਾ, ਪਟਾਖੇ, ਸ਼ਾਮਿਆਨੇ ਅਤੇ ਮਜ਼ੇਦਾਰ ਭੋਜਨ ਦਾ ਵੀ ਪ੍ਰਬੰਧ ਹੁੰਦਾ ਹੈ। ਮੁਫਤ ਵਿੱਚ ਖਾਣ ਨੂੰ ਮਿਲੇ ਤਾਂ ਸਾਡੀ ਹਾਲਤ ਇਨ੍ਹਾਂ ਕਾਮਾਂ ਤੋਂ ਵੀ ਭੈੜੀ ਹੋ ਜਾਂਦੀ ਹੈ। ਮੁਹੱਲਿਆਂ ਨੂੰ ਖਬਰ ਮਿਲਣ 'ਤੇ ਭੀੜ ਲੱਗ ਜਾਂਦੀ ਹੈ। ਬਸ ਬਣ ਗਈ ਬਰਾਤ। ਕੁਝ ਬਰਾਤੀ ਬਣੀਆਂ ਔਰਤਾਂ ਵਿਦੇਸ਼ੀ ਲਾੜੀ ਨੂੰ ਸਜਾਉਣ ਸੰਵਾਰਨ ਦਾ ਕੰਮ ਵੀ ਕਰਦੀਆਂ ਹਨ। ਵਿਆਹ ਵਾਲੇ ਗੀਤ ਗਾਉਂਦੀਆਂ ਹਨ। ਰਸਤੇ ਵਿੱਚ ਨੱਚਣ ਗਾਉਣ ਦੀ ਖੇਡ ਲਈ ਪੈਸੇ ਦੇ ਲਾਲਚ ਨਾਲ ਸਥਾਨਕ ਲੋਕਾਂ ਨੂੰ ਮਦਾਰੀ ਦੇ ਬਾਂਦਰ ਨੂੰ ਨਚਾਉਣ ਵਾਂਗ ਵਿਦੇਸ਼ੀ ਲਾੜਾ ਸੜਕਾਂ ਉੱਤੇ ਨਚਾਉਂਦਾ ਹੈ। ਉਹ ਵਿਦੇਸ਼ੀ ਲਾੜਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਕਿਵੇਂ ਪੈਸੇ ਤੇ ਭੋਜਨ ਦੇ ਲਾਲਚ ਵਿੱਚ ਇਸ ਸਾਰੇ ਡਰਾਮੇ ਲਈ ਕੁਝ ਲੋਕ ਅਤੇ ਪੁਰੋਹਿਤ ਆਪਣੀ ਪਰੰਪਰਾ ਦਾ ਮਜ਼ਾਕ ਉਡਾਉਂਦੇ ਹਨ। ਅਜਿਹੀ ਵਿਆਹ ਖੇਡ ਤਮਾਸ਼ਾ ਤਲਾਕਸ਼ੁਦਾ ਉਦਯੋਗਪਤੀ ਅਰੁਣ ਨਾਇਰ ਅਤੇ ਬਾਲ ਬੱਚੇ ਵਾਲੀ ਤਲਾਕਸ਼ੁਦਾ ਹੀਰੋਇਨ ਲਿਜ਼ ਹਰਲੇ ਨੇ ਰਾਜਸਥਾਨ ਵਿੱਚ ਖੇਲਿਆ। ਹੈਰਾਨੀ ਤਾਂ ਉਸ ਵੇਲੇ ਹੋਈ ਜਦ ਸਾਰੀ ਹਾਲਤ ਜਾਣਨ ਦੇ ਬਾਵਜੂਦ ਵੀ ਪੁਰੋਹਿਤਾਂ ਨੇ ਇਹਨਾਂ ਦੋਹਾਂ ਦਾ ਵਿਆਹ ਬੜੀ ਧੂਮਧਾਮ ਨਾਲ ਅਤੇ ਵੈਦਿਕ ਰੀਤੀ ਰਿਵਾਜਾਂ ਮੁਤਾਬਕ ਕਰਾਇਆ ਅਤੇ ਆਪਣੇ ਘਰ ਪੈਸਿਆਂ ਨਾਲ ਭਰੇ। ਉਸ ਵੇਲੇ ਪੈਸਿਆਂ ਦੇ ਲਾਲਚੀ ਪੁਰੋਹਿਤਾਂ ਨੂੰ ਨਾ ਤਾਂ ਸ਼ਾਸਤਰਾਂ ਦਾ ਖਿਆਲ ਆਉਂਦਾ ਹੈ, ਨਾ ਪਰੰਪਰਾਵਾਂ ਦਾ ਅਤੇ ਨਾ ਹੀ ਕੁੰਡਲੀਆਂ ਦਾ, ਜਿਸ ਨੂੰ ਲੈ ਕੇ ਉਹ ਵਿਆਹ ਯੋਗ ਮਨਾਉਂਦੇ ਹਨ। ਸ਼ੁਭ ਮਹੂਰਤ ਤੈਅ ਕਰਦੇ ਹਨ। ਪੱਛਮੀ ਮੁਲਕਾਂ ਵਿੱਚ ਵਿਆਹ ਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਹ ਸਿਰਫ ਮੌਜ ਮਸਤੀ ਲਈ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਦੇ ਹਨ। ਵਿਆਹ ਨਾਲ ਜੁੜੀਆਂ ਸਮਾਜਿਕ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸਦਾਚਾਰਾਂ ਦੀ ਉਹਨਾਂ ਦੀ ਨਜ਼ਰ ਵਿੱਚ ਕੋਈ ਮਹੱਤਤਾ ਨਹੀਂ ਹੁੰਦੀ। ਉਹ ਸਾਡਾ ਮਖੌਲ ਉਡਾਉਂਦੇ ਹਨ, ਪਰੰਤੂ ਥੋੜ੍ਹੇ ਜਿਹਾ ਲਾਲਚ ਦੇ ਲਈ ਅਸੀਂ ਆਪਣਾ ਮਜ਼ਾਕ ਕਰਾਉਂਦੇ ਹਾਂ। ਪੈਸੇ ਦੇ ਮੋਹਰੇ ਕਿਵੇਂ ਪੁਰੋਹਿਤ ਆਪਣਾ ਸਭ ਕੁਝ ਕਿਨਾਰਾ ਕਰ ਦਿੰਦੇ ਹਨ, ਪਰ ਦਲਿਤਾਂ ਦੇ ਮੰਦਰ ਵਿੱਚ ਦਾਖਲ ਹੋਣ ਉੱਪਰ ਇਹਨਾਂ ਨੂੰ ਬਹੁਤ ਸਖਤ ਇਤਰਾਜ਼ ਹੁੰਦਾ ਹੈ। 10 ਸਾਲ ਤੋਂ ਉੱਪਰ ਦੀ ਉਮਰ ਵਾਲੀ ਔਰਤ ਨੂੰ ਅਪਵਿੱਤਰ ਕਹਿ ਕੇ ਮੰਦਰ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹਨਾਂ ਦਾ ਧਰਮ ਭ੍ਰਿਸ਼ਟ ਹੁੰਦਾ ਹੈ। ਸਵਾਲ ਹੈ ਕਿ ਕੀ ਫਜ਼ੂਲ ਵਿਆਹ ਕਰਾਉਣ ਦੇ ਸਮੇਂ ਉਹਨਾਂ ਦਾ ਧਰਮ ਭ੍ਰਿਸ਼ਟ ਨਹੀਂ ਹੁੰਦਾ ਅਤੇ ਉਹਨਾਂ ਨੂੰ ਨੈਤਿਕਤਾ ਦਾ ਖਿਆਲ ਨਹੀਂ ਹੁੰਦਾ? ਵਿਆਹ ਤੋਂ ਪਹਿਲਾਂ ਯੌਨ ਸੰਬੰਧਾਂ ਦੀ ਵਕਾਲਤ ਕਰਨ ਵਾਲੀ ਹੀਰੋਇਨ ਖੁਸ਼ਬੂ ਅਨੈਤਿਕ ਕਿਉਂ ਲੱਗਦੀ ਹੈ, ਜਦੋਂ ਕਿ ਅਜਿਹੇ ਵਿਆਹਾਂ ਵਿੱਚ ਰੋਕਾਂ 100% ਟੁੱਟੀਆਂ ਰਹਿੰਦੀਆਂ ਹਨ? ਸਾਡੀਆਂ ਅਜਿਹੇ ਵਿਆਹਾਂ ਨੂੰ ਮੀਡੀਆ ਅਜਿਹੇ ਵਿਆਹਾਂ ਨੂੰ ਖੂਬ ਉਛਾਲਦਾ ਹੈ। ਅਖਬਾਰਾਂ ਵਿੱਚ ਅਜਿਹੇ ਵਿਆਹਾਂ ਦੀ ਚਰਚਾ ਫੋਟੋ ਦੇ ਨਾਲ ਕੀਤੀ ਜਾਂਦੀ ਹੈ। ਬੇਅਕਲ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਵਿਆਹਾਂ ਦੇ ਰਿਵਾਜ ਬਹੁਤ ਹੀ ਉੱਚ ਕੋਟੀ ਦੇ ਹਨ ਅਤੇ ਇਸੇ ਕਰਕੇ ਵਿਦੇਸ਼ੀ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਦੇ ਹਨ। ਕੁਝ ਵਿਦੇਸ਼ੀ ਲਾੜੇ ਤਾਂ ਇਹ ਮੰਨ ਕੇ ਚੱਲਦੇ ਹਨ ਕਿ ਅਗਨੀ ਦੁਆਲੇ 7 ਫੇਰੇ ਲੈ ਕੇ ਕੀਤੇ ਗਏ ਵਿਆਹ ਵਿੱਚ ਤਲਾਕ ਨਹੀਂ ਹੁੰਦਾ। ਅਰੁਣ ਨਾਇਕ ਅਤੇ ਲਿਜ਼ ਹਾਰਲੇ ਦਾ ਤਲਾਕ ਹੋ ਗਿਆ। ਕਿੱਥੇ ਗਈ ਅਗਨੀ ਦੀ ਤਾਕਤ ਅਤੇ ਵੈਦਿਕ ਮੰਤਰਾਂ ਦਾ ਪ੍ਰਭਾਵ, ਜਿਸ ਦਾ ਝੂਠਾ ਪਖੰਡ ਭਰ ਕੇ ਅਸੀਂ ਵਿਸ਼ਵ ਗੁਰੂ ਬਣਦੇ ਹਾਂ? ਗਊ ਦੀ ਪੂਛ ਫੜ ਕੇ ਵੈਤਰਨੀ ਪਾਰ ਕਰਾਉਣ ਵਾਲੇ ਪੁਰੋਹਿਤ ਦੇ ਲਈ ਧਰਮ ਕਮਾਉਣ ਦਾ ਜ਼ਰੀਆ ਹੈ। ਵਾਟਰ ਫਿਲਮ ਦਾ ਵਿਰੋਧ ਕਰਨ ਵਾਲੇ ਪੰਡੇ ਪੁਰੋਹਿਤਾਂ ਨੂੰ ਆਪਣੇ ਵਿਆਹ ਵਿਧਾਨ ਦਾ ਮਜ਼ਾਕ ਉਡਾਉਣ ਵਿੱਚ ਕੋਈ ਤਕਲੀਫ ਜਾਂ ਪਰੇਸ਼ਾਨੀ ਨਹੀਂ ਹੁੰਦੀ। ਕਾਰਨ ਸਾਫ਼ ਹੈ, ਇਸ ਨਾਲ ਉਹਨਾਂ ਨੂੰ ਕਮਾਣ ਖਾਣ ਨੂੰ ਮਿਲਦਾ ਹੈ। ਵਾਟਰ ਫਿਲਮ ਬਣਨ ਅਤੇ ਚੱਲਣ ਨਾਲ ਤਾਂ ਜ਼ਰੂਰ ਹੀ ਉਹਨਾਂ ਦੀ ਭਰੋਸੇਯੋਗਤਾ ਘਟਦੀ ਹੈ, ਤਾਂ ਫਿਰ ਉਹ ਕਮਾਉਂਦੇ ਖਾਂਦੇ ਕਿਵੇਂ? ਅੱਜ ਦੇ ਯੁੱਗ ਵਿੱਚ ਕਿਸੇ ਵੀ ਕਿਸਮ ਦੇ ਵਿਆਹ ਦੀ ਰੀਤੀ ਰਿਵਾਜ ਆਦਮੀ ਤੀਵੀਂ ਦੇ ਸੰਬੰਧਾਂ ਵਿੱਚ ਅਤਿੜਕਣ ਦੀ ਸਾਰਥਕਤਾ ਨਹੀਂ ਦਿੰਦੇ। ਇਹ ਉਹਨਾਂ ਦੋਵਾਂ ਦੀ ਆਪਸੀ ਸਮਝ 'ਤੇ ਨਿਰਭਰ ਕਰਦਾ ਹੈ ਕਿ ਉਹ ਇਕੱਠੇ ਰਹਿਣ ਜਾਂ ਨਹੀਂ। ਘਰ ਦੀ ਦਰੀ ਲੰਘ ਕੇ ਘੁੰਡ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦੇਣ ਵਾਲੀਆਂ ਔਰਤਾਂ ਨੇ ਜਦ ਘੁੰਡ ਚੁੱਕ ਕੇ ਦੁਨੀਆ ਦੇਖੀ ਤਾਂ ਉਹਨਾਂ ਨੂੰ ਆਦਮੀ ਦੀ ਅਸਲੀਅਤ ਪਤਾ ਲੱਗੀ ਕਿ ਆਦਮੀਆਂ ਦਾ ਰੂਪ ਕਿੰਨਾ ਬਨਾਵਟੀ ਹੈ।
ਅਜੋਕੇ ਸਮੇਂ ਵਿੱਚ ਆਰਥਿਕ ਤੌਰ ਉੱਪਰ ਆਜ਼ਾਦ ਔਰਤਾਂ ਲਈ ਵੈਦਿਕ ਮੰਤਰ ਕੋਈ ਮਾਇਨੇ ਨਹੀਂ ਰੱਖਦੇ। ਅਗਰ ਪਤੀ ਦਾ ਆਚਰਣ ਮਰਿਆਦਾ ਦੇ ਘੇਰੇ ਵਿੱਚ ਨਹੀਂ ਹੈ ਤਾਂ ਉਹ ਵਿਆਹ ਝੜਕੇਗਾ ਹੀ। ਜੇਕਰ ਕੋਈ ਇਹ ਕਹਿੰਦਾ ਹੈ ਕਿ ਸਾਡੇ ਵਿਆਹਾਂ ਦੇ ਰਿਵਾਜ ਦੂਸਰੇ ਲੋਕਾਂ ਦੇ ਵਿਆਹ ਰਿਵਾਜਾਂ ਤੋਂ ਬਹੁਤ ਉੱਚ ਪਾਏ ਦੇ ਹਨ ਅਤੇ ਇਸੇ ਕਰਕੇ ਵਿਦੇਸ਼ੀ ਲੋਕ ਇਸ ਵੱਲ ਖਿੱਚੇ ਆਉਂਦੇ ਹਨ, ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਆਪਣੇ ਪੈਸੇ ਦੀ ਭੁੱਖ ਅਤੇ ਲਾਲਚ ਨੂੰ ਬਿਨਾਂ ਕਿਸੇ ਤਰਕ ਦੇ ਢੱਕ ਰਹੇ ਹਾਂ। ਸਵਾਲ ਇਹ ਨਹੀਂ ਹੈ ਕਿ ਵਿਦੇਸ਼ੀ ਲੋਕਾਂ ਦੀ ਸ਼ਾਦੀ ਹਿੰਦੂ ਰੀਤੀ ਰਿਵਾਜਾਂ ਨਾਲ ਨਾ ਹੋਵੇ, ਸਗੋਂ ਸਵਾਲ ਇਹ ਹੈ ਕਿ ਇਹੀ ਸੋਚ ਜਦ ਹਿੰਦੂ ਸਮਾਜ ਦੀ ਵਰਨ ਵਿਵਸਥਾ ਉੱਤੇ ਵੀ ਬਿਨਾਂ ਭੇਦਭਾਵ ਦੇ ਲਾਗੂ ਕਰਨ ਦੀ ਆਉਂਦੀ ਹੈ ਤਾਂ ਕਿਉਂ ਪੁਰੋਹਿਤ ਮੂੰਹ ਟੇਢਾ ਕਰਨ ਲੱਗਦੇ ਹਨ? ਕੀ ਅਜਿਹਾ ਕਰਨ ਨਾਲ ਉਹਨਾਂ ਦੀ ਪੁਰੋਹਿਤੀ ਖਤਰੇ ਵਿੱਚ ਪੈ ਜਾਂਦੀ ਹੈ? ਸ਼ਾਇਦ ਇਹੀ ਗੱਲ ਹੈ ਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਜਦ ਲੋਕ ਮਨਮਾਨੇ ਢੰਗ ਨਾਲ ਵਿਆਹ ਕਰਨ ਲੱਗ ਪੈਣਗੇ ਤਾਂ ਫਿਰ ਉਹਨਾਂ ਨੂੰ ਕੌਣ ਪੁੱਛੇਗਾ। ਉਹ ਤਾਂ ਮੰਗਲੀਕਰਨ, ਸ਼ੁਭ ਕੁੰਡਲੀ ਮਿਲਾਉਣ ਆਦਿ ਦੇ ਨਾਂ 'ਤੇ ਡਰ ਦਿਖਾ ਕੇ ਧਨ ਇਕੱਠਾ ਕਰਦੇ ਹਨ, ਜਦੋਂ ਕਿ ਦੋ ਵੱਖ-ਵੱਖ ਜਾਤਾਂ ਦੇ ਵਿਆਹ ਕਰਾਉਣ ਦੇ ਲਈ ਛੇਤੀ ਕੀਤਿਆਂ ਕੋਈ ਪੁਰੋਹਿਤ ਤਿਆਰ ਨਹੀਂ ਹੁੰਦਾ। ਜਦ ਜਜਮਾਨ ਮਿੰਨਤਾਂ ਕਰਦਾ ਹੈ ਤਾਂ ਤੁਰੰਤ ਕੋਈ ਨਾ ਕੋਈ ਰਸਤਾ ਕੱਢ ਕੇ ਆਪਣੀ ਅਖੌਤੀ ਉੱਚਤਾ ਦਾ ਭੱਦਾ ਪ੍ਰਦਰਸ਼ਨ ਕਰਦੇ ਹਨ। ਜਜਮਾਨ ਵੀ ਖੁਸ਼ ਹੋ ਕੇ ਮਨ ਇੱਛਤ ਦਸ਼ਨਾ ਦੇ ਕੇ ਪੁਰੋਹਿਤ ਦੇ ਪੈਰਾਂ ਦੀ ਧੂੜ ਲੈ ਕੇ ਆਪਣੇ ਆਪ ਨੂੰ ਪ੍ਰਸ਼ੰਸਾ ਦੇ ਯੋਗ ਜਾਂ ਕਿਸਮਤ ਵਾਲਾ ਸਮਝਦਾ ਹੈ। ਰਸਤਾ ਹੋਵੇ ਜਾਂ ਨਾ ਹੋਵੇ, ਪੁਰੋਹਿਤ ਨੂੰ ਮੋਟੀ ਦਸ਼ਨਾ ਚਾਹੀਦੀ ਹੈ। ਦਸ਼ਨਾ ਮਿਲੇ ਤਾਂ ਉਹ ਹਰੇਕ ਰਸਤਾ ਕੱਢ ਲੈਂਦਾ ਹੈ। ਸਦੀਆਂ ਤੋਂ ਅਸੀਂ ਇਹੀ ਕਰਦੇ ਆ ਰਹੇ ਹਾਂ। ਇਹੋ ਜਿਹਾ ਲਾਲਚਾਂ ਵਿੱਚ ਪੈ ਕੇ ਦੇਸ਼ ਨੂੰ ਗੁਲਾਮ ਬਣਾਉਣ ਵਿੱਚ ਮਦਦ ਕੀਤੀ, ਲਾਲਚ ਵਿੱਚ ਪੈ ਕੇ ਦੇਸ਼ ਨੂੰ ਵੇਚਿਆ ਅਤੇ 1000 ਸਾਲ ਗੁਲਾਮ ਰਹੇ ਅਤੇ ਹੁਣ ਅਸੀਂ ਵਿਆਹਾਂ ਦਾ ਵਪਾਰੀਕਰਨ ਕਰ ਰਹੇ ਹਾਂ। ਸਾਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ। ਆਵੇਗੀ ਵੀ ਕਿਉਂ, ਜਿੱਥੇ ਵਿਆਹ ਦੇ ਨਾਮ 'ਤੇ ਦੁਲਹਨ ਧਿਰ ਤੋਂ ਦਾਜ ਲਿਆ ਜਾਂਦਾ ਹੈ। ਅਜਿਹਾ ਬੇਸ਼ਰਮ ਸਮਾਜ ਭਲਾ ਕਿਉਂ ਸ਼ਰਮਾਏਗਾ? ਸ਼ਰਮ ਤਾਂ ਉਹਨਾਂ ਲੋਕਾਂ ਨੂੰ ਆਉਂਦੀ ਹੈ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੋਵੇ, ਜੋ ਇਹ ਸਭ ਦੇਖ ਕੇ ਦਰਿਆ ਜਾਂ ਸਮੁੰਦਰ ਵਿੱਚ ਡੁੱਬ ਕੇ ਮਰ ਜਾਣਾ ਚਾਹੁੰਦੇ ਹੋਣ, ਪਰ ਉਹ ਅਜਿਹਾ ਵੀ ਨਹੀਂ ਕਰ ਸਕਦੇ ਕਿਉਂਕਿ ਗੰਗਾ ਵਰਗੀਆਂ ਨਦੀਆਂ ਅਤੇ ਸਾਡੇ ਦਰਿਆ ਸਮੁੰਦਰ ਇੰਨੇ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੇ ਹਨ ਕਿ ਡੁੱਬਣ ਦੇ ਲਈ ਵੀ ਉਹਨਾਂ ਨੂੰ ਕਈ ਵਾਰ ਸੋਚਣਾ ਪੈਂਦਾ ਹੈ। ਇਸ ਸਾਰੇ ਪ੍ਰਦੂਸ਼ਣ ਦਾ ਸਿਹਰਾ ਵੀ ਪੰਡੇ ਪੁਰੋਹਿਤਾਂ ਅਤੇ ਘਟੀਆ ਰੀਤੀ ਰਿਵਾਜਾਂ ਨੂੰ ਜਾਂਦਾ ਹੈ, ਜਿਸ ਕਰਕੇ ਅਸੀਂ ਪਾਣੀਆਂ ਦਾ ਵੀ ਸਤਿਆਨਾਸ਼ ਕਰਕੇ ਰੱਖ ਦਿੱਤਾ ਹੈ। ਦਰਿਆ, ਨਦੀਆਂ, ਸਮੁੰਦਰ ਗਲਣ ਸੜਨ ਸਾਨੂੰ ਕੀ? ਅਸੀਂ ਤਾਂ ਧਰਮ ਦੇ ਨਾਂ 'ਤੇ ਫੁੱਲਮਾਲਾ, ਕਚਰਾ, ਲਾਸ਼ਾਂ, ਅਸਤ ਸਭ ਪਾਣੀ ਵਿੱਚ ਰੋੜਾਂਗੇ। ਇਹ ਧਰਮਾਂ ਦੇ ਠੇਕੇਦਾਰ ਚੁੱਪ ਸਹਿਮਤੀ ਦਿੰਦੇ ਹਨ ਅਤੇ ਇਸੇ ਬਹਾਨੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ। ਵਿਆਹਾਂ ਦੇ ਵਪਾਰੀਕਰਨ ਅਤੇ ਆਪਸੀ ਇਨਸਾਨੀ ਰਿਸ਼ਤੇ ਇਸੇ ਕਰਕੇ ਭੁਰ ਰਹੇ ਹਨ ਕਿਉਂਕਿ ਨੈਤਿਕਤਾ ਪੱਖੋਂ ਸਾਡਾ ਦਿਵਾਲਾ ਨਿਕਲ ਚੁੱਕਾ ਹੈ। ਅਸੀਂ ਆਪਣੇ ਲਾਲਚ ਕਰਕੇ ਕੁਝ ਵੀ ਦਾਅ 'ਤੇ ਲਾ ਸਕਦੇ ਹਾਂ। ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਹੋ ਚੁੱਕਾ ਹੈ। ਸਭ ਤੋਂ ਜ਼ਿਆਦਾ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਗੱਲ ਨੂੰ ਕਹਿੰਦੇ ਬਹੁਤ ਸਾਰੇ ਲੋਕ ਹਨ, ਪਰ ਆਪਾਂ ਘੋਖ ਨਹੀਂ ਕਰਦੇ ਕਿ ਮੇਰਾ ਵਰਤਾਵ ਕਿਹੋ ਜਿਹਾ ਹੈ। ਕੀ ਮੈਂ ਸਿਰਫ ਪ੍ਰਵਚਨ ਸੁਣਾਉਂਦਾ ਜਾਂ ਸੁਣਦਾ ਹੀ ਹਾਂ ਜਾਂ ਉਹਨਾਂ ਪ੍ਰਵਚਨਾਂ ਉੱਪਰ ਅਮਲ ਵੀ ਕਰਦਾ ਹਾਂ? ਜਿੰਨੀ ਦੇਰ ਅਸੀਂ ਨਰੋਈਆਂ ਕਦਰਾਂ ਕੀਮਤਾਂ ਨੂੰ ਆਪਣੀ ਜੀਵਨ ਜਾਂਚ ਵਿੱਚ ਇੱਕ ਅਨਿਖੜਵਾਂ ਅੰਗ ਨਹੀਂ ਬਣਾਉਂਦੇ, ਇਹ ਵਿਆਹਾਂ ਅਤੇ ਇਨਸਾਨੀ ਰਿਸ਼ਤਿਆਂ ਦਾ ਕਤਲ ਵੀ ਹੁੰਦਾ ਰਹੇਗਾ ਅਤੇ ਵਪਾਰੀਕਰਨ ਵੀ ਜਾਰੀ ਰਹੇਗਾ। ਇਹ ਤਾਂ ਸੀ ਜੀ ਮੇਰਾ ਇਹ ਲੇਖ, ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰਦਾ ਅਤੇ ਮੈਂ ਮੋਮੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹ ਕਲਿੱਪ ਵੀ ਦਿਖਾ ਦੇਣ ਅਤੇ ਫਿਰ ਆਪਾਂ ਕਾਲ ਜਿਹੜੀਆਂ ਲੈਂਦੇ ਹੈਗੇ। ਹੈਲੋ, ਹਾਂਜੀ ਮੋਮੀ ਸਾਹਿਬ, ਤੁਸੀਂ ਜੇ ਜਿਹੜੀ ਹੜ੍ਹਾਂ ਵਾਲੀ ਦੀ ਜਿਹੜੀ ਹੈਗੀ ਆ ਜੇ ਕਲਿੱਪ ਦਿਖਾ ਦਿਓ ਫਿਰ ਆਪਾਂ ਕਾਲ ਜਿਹੜੀ ਹੈਗੀ ਆ ਉਹ ਲੈ ਲੈਂਦੇ ਹਾਂ। ਹੈਲੋ, ਹਾਂਜੀ ਡਾਕਟਰ ਸਾਹਿਬ, ਮੈਂ ਜਗਦੀਸ਼ ਸਿੰਘ। ਹਾਂਜੀ ਜਗਦੀਸ਼ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਸੌਰੀ, ਮੈਂ ਉਡੀਕ ਰਿਹਾ ਸੀਗਾ ਸ਼ਾਇਦ ਉੱਧਰੋਂ ਵੀਡੀਓ ਸ਼ੁਰੂ ਹੋਵੇਗਾ। ਚਲੋ ਨਹੀਂ ਕੋਈ ਨਹੀਂ, ਉਹ ਮੇਰਾ ਖਿਆਲ ਕਲਿੱਪ ਸ਼ਾਇਦ ਹੁਣ ਬਾਅਦ ਚ ਲਾਉਣਗੇ ਸ਼ਾਇਦ। ਹਾਂਜੀ ਕੋਈ ਗੱਲ ਨਹੀਂ। ਹਾਂਜੀ ਜਗਦੀਸ਼ ਜੀ, ਵੈਲਕਮ ਜੀ ਤੁਹਾਡਾ। ਹਾਂਜੀ, ਤੁਸੀਂ ਇੱਕ ਵਾਰੀ ਫੇਰ ਬਹੁਤ ਹੀ ਗੰਭੀਰ ਮੁੱਦਾ ਲੈ ਕੇ ਆਂਦਾ। ਹਾਂਜੀ, ਥੈਂਕ ਯੂ। ਔਰ ਰੌਂਗਟੇ ਖੜੇ ਹੁੰਦੇ ਆ। ਬਹੁਤ ਸਾਰੀਆਂ ਗੱਲਾਂ ਤਾਂ ਮੈਨੂੰ ਪਤਾ ਵੀ ਸੀ, ਲੇਕਿਨ ਹੁਣ ਜਿਹੜੀ ਤੁਸੀਂ ਚੋਰ ਮੋਰੀ ਕਹੀ ਹੈ ਨਾ, ਵੀ ਚੋਰ ਮੋਰੀ ਥਾਈ ਦੀ ਬੰਦੇ ਨੂੰ ਲਗਾਉਂਦੇ ਆ। ਹਾਂ। ਔਰ ਹੋਰ ਇੱਕ ਦੋ ਗੱਲਾਂ ਜਿਹੜੀਆਂ ਮੈਨੂੰ ਨਹੀਂ ਪਤਾ ਸੀਗੀਆਂ ਵੀ ਧਾਰਮਿਕ ਜਿਹੜੇ ਆਗੂ ਹੈਗੇ ਆ, ਜਿਵੇਂ ਪੁਰੋਹਿਤ, ਪੰਡਿਤ, ਮੈਨੂੰ ਨਹੀਂ ਪਤਾ ਸੀਗਾ ਵੀ ਉਹ ਵੀ ਇਹੋ ਜਿਹੇ ਤਰੀਕੇ 'ਚ ਸ਼ਾਮਲ ਹੈ। ਮੈਨੂੰ ਸਿਰ ਇਹ ਪਤਾ ਸੀਗਾ ਵੀ ਆਈਲੈਟ ਕਰਕੇ ਗਲਾਸਗੋ 'ਚ ਵੀ ਇੱਥੇ ਬਹੁਤ ਸਾਰੇ ਇੱਦਾਂ ਦੇ ਬੰਦੇ ਹੈਗੇ ਜਿਹੜੇ ਲੜਕੀਆਂ ਜਿਹੜੀਆਂ ਥੋੜ੍ਹੇ ਜਿਹੇ ਪੜ੍ਹੀਆਂ ਹੁੰਦੀਆਂ ਆਈਲੈਟਸ ਕਰ ਜਾਂਦੀਆਂ, ਮੁੰਡਾ ਨਾਲ ਆ ਜਾਂਦਾ ਤੇ ਚਲੋ ਜੀ ਕਹਿੰਦੇ ਲੰਘ ਗਿਆ। ਉਹ ਇਹ ਵੀ ਸੋਚਦੇ ਹੈਗੇ ਕਿ ਇਹ ਲੰਘ ਤਾਂ ਗਿਆ ਚੋਰ ਮੋਰੀ ਸਾਈਂ ਦੀ, ਫਿਰ ਅੱਗੇ ਜਾ ਕੇ ਇਹਨਾਂ ਦਾ ਬਣੂਗਾ ਕੀ? ਬਿਲਕੁਲ। ਵਿਆਹਾਂ ਦਾ ਜਿਹੜਾ ਵਪਾਰੀਕਰਨ ਹੈ ਨਾ, ਉਹ ਇੱਕ ਮੁੱਦਾ ਇਹ ਹੈ ਵੀ ਇੱਥੇ ਪਹੁੰਚਣਾ ਕਿੱਦਾਂ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜੀਵਨ ਜੇ ਸਾਥ ਰਹਿਣਗੇ ਇੱਕ ਦੂਜੇ ਨਾਲ ਤਾਂ ਵੀ, ਜੇ ਨਾ ਰਹਿਣਗੇ ਤਾਂ ਉਸ ਤੋਂ ਵੀ ਮਾੜਾ ਹੈਗਾ। ਜੇ ਨਾਲ ਵੀ ਰਹਿਣਗੇ ਨਾ ਤਾਂ ਉਹਨਾਂ ਨੇ ਇਹ ਸੋਚ ਕੇ ਆਏ ਹੋਏ ਹੁੰਦੇ ਆ ਵੀ ਇੱਥੇ ਮਿਲਕ ਐਂਡ ਹਨੀ ਹੈ,
ਦੀ ਲੈਂਡ ਹੈਗੀ ਹੈ, ਇੱਥੇ ਜੋ ਮਰਜ਼ੀ ਹੈ ਕਰੋ ਤੇ ਪੈਸਾ ਹੀ ਪੈਸਾ ਹੋਊਗਾ। ਲੇਕਿਨ ਇਹ ਸੱਚਾਈ ਨਹੀਂ ਹੈਗੀ। ਮੈਨੂੰ ਕਈ ਬੰਦੇ ਜਿਹੜੇ ਅੱਜ ਕੱਲ੍ਹ ਦੇ ਸਟੂਡੈਂਟ ਮਿਲੇ ਆ, ਮੈਂ ਉਹਨਾਂ ਨੂੰ ਕਈ ਵਾਰੀ ਪੁੱਛਿਆ ਵੀ ਤੁਸੀਂ ਇੱਥੇ ਕਿੱਦਾਂ, ਕਹਿੰਦੇ ਜੀ ਬਸ ਹੁਣ ਮੁੜ ਕੇ ਨਹੀਂ ਜਾਣਾ। ਹੁਣ ਮੈਂ ਕਿਹਾ ਵੀ ਕੀ ਕਰੋਗੇ? ਨੌਕਰੀ ਕਰਾਂਗੇ। ਮੈਂ ਕਿਹਾ ਵੀ ਜਿਹੜੀ ਤੇਰੀ ਹੁਣ ਦੀ ਪੜ੍ਹਾਈ ਹੈ ਉਹਦੇ ਤੱਕ ਤਾਂ ਤੈਨੂੰ ਕੋਈ ਨੌਕਰੀ ਹੁਣ ਤੱਕ ਮਿਲੀ ਨਹੀਂ ਹੈਗੀ। ਹੁਣ ਪੜ੍ਹਾਈ ਕਰਨ ਤੋਂ ਬਾਅਦ ਆਮ ਤੌਰ 'ਤੇ ਕੁੜੀਆਂ ਹੁੰਦੀਆਂ ਇਹੋ ਜਿਹੀਆਂ, ਇਹੋ ਜਿਹੀ ਕਿਹੜੀ ਨੌਕਰੀ ਹੋਊਗੀ ਜਿਹੜੀ ਤੈਨੂੰ ਮਿਲ ਜਾਊਗੀ ਤੇ ਫਿਰ ਤੇਰੇ ਕੋਲ ਕਾਰਾਂ ਮੋਟਰਾਂ ਵੀ ਹੋਣਗੀਆਂ ਤੇ ਸਾਲ ਦੇ ਵਿੱਚ ਤੂੰ ਕੋਠੀ ਵੀ ਲੈ ਲੈਣੀ ਹੈ, ਪਿੱਛੇ ਜ਼ਮੀਨ ਵੀ ਖਰੀਦ ਲੈਣੀ ਹੈ। ਵੀ ਇੱਥੇ ਕੋਈ ਝਾੜਾਂ ਨੂੰ ਪੈਸੇ ਨਹੀਂ ਲੱਗਦੇ ਹੈਗੇ। ਸਾਡੇ ਆਪਣੇ ਇਹੋ ਜਿਹੇ ਹਾਲਾਤ ਨੇ, ਸਾਰੀ ਉਮਰ ਇੱਥੇ ਰਹਿਣ ਤੋਂ ਬਾਅਦ ਸਾਡਾ ਮੌਰਗੇਜ ਹੀ ਬੜੀ ਮੁਸ਼ਕਿਲ ਨਾਲ ਕਲੀਅਰ ਹੁੰਦਾ। ਉਸ ਤੋਂ ਬਾਅਦ ਫਿਰ ਬੱਚਿਆਂ ਦੇ ਵਿਆਹ ਕਰਨੇ, ਇਹ ਕਰਨਾ ਉਹ ਕਰਨਾ। ਔਰ ਬੱਚੇ ਜਿਹੜੇ ਇੱਥੇ ਦੇ ਬੱਚੇ ਉਹ ਸਾਡੇ ਆਪਣੇ ਹੀ ਕਾਬੂ ਨਹੀਂ ਆਉਂਦੇ ਹੈਗੇ। ਤੇ ਜਿਹੜੇ ਇਹੋ ਜਿਹੇ ਖਾਨਦਾਨ 'ਚ ਆਉਣਗੇ ਜਿਨ੍ਹਾਂ ਦਾ ਕੋਈ ਕੀ ਕਹਿੰਦੇ, ਇੱਕ ਕਹਾਵਤ ਹੁੰਦੀ ਹੈ, ਮਾਂ ਤੋਦੀ ਤੇ ਪਿਓ ਕੁੱਕੜ ਤੇ ਬੱਚੇ ਕਿਚਮਿਚ। ਤੇ ਜਿਹੜੋ ਇਹੋ ਜਿਹੇ ਘਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੋਣਗੇ, ਉਹ ਜਿਨ੍ਹਾਂ ਦੇ ਆਪਣਾ ਹੀ ਸੰਸਕਾਰ ਠੀਕ ਨਹੀਂ ਹੈਗੇ, ਆਪਣੇ ਬੱਚਿਆਂ ਨੂੰ ਕੀ ਦੇਣਗੇ? ਦੇਖੋ ਪੁਰਾਣੇ ਟਾਈਮ ਦੇ ਵਿੱਚ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਨਾ, ਇਹ ਮੰਨਿਆ ਜਾਂਦਾ ਸੀ ਵੀ ਲੜਕਾ ਲੜਕੀ ਦੇ ਜਿਹੜੇ ਵਿਆਹ ਹੁੰਦੇ ਆ ਉਹ ਸ਼ਾਦੀ ਦਾ ਪਵਿੱਤਰ ਬੰਧਨ ਬਣਨ ਤੋਂ ਪਹਿਲਾਂ ਬਹੁਤ ਸਾਰੀਆਂ ਚੁਣੌਤੀਆਂ ਔਰ ਬਹੁਤ ਸਾਰੇ ਇਮਤਿਹਾਨਾਂ ਵਿੱਚ ਦੀ ਲੰਘਣਾ ਪੈਂਦਾ ਸੀ। ਲੜਕਾ ਲੜਕੀ ਦੇ ਸੰਸਕਾਰ, ਪੜ੍ਹਾਈ ਲਿਖਾਈ, ਰਹਿਣ ਸਹਿਣ, ਘਰ-ਬਾਰ, ਖਾਨਦਾਨ, ਸਮਾਜ ਵਿੱਚ ਰੁਤਬਾ, ਲੜਕੀ ਗੁਣਵੰਤੀ ਹੋਵੇ, ਲੜਕਾ ਕਮਾਊ ਹੋਵੇ, ਨਸ਼ੇ ਨਾ ਕਰਦਾ ਹੋਵੇ, ਇਹ ਗੱਲਾਂ ਤਾਂ ਕੁੱਜੇ 'ਚ ਪਾ ਕੇ ਰੱਖ ਦਿੱਤੀਆਂ। ਇਹ ਗੱਲਾਂ ਤਾਂ ਕੋਈ ਕਰਦੇ ਨਹੀਂ ਜਿਹੜੇ ਅਸੀਂ ਸੁਣਦੇ ਹੁੰਦੇ ਸੀਗੇ। ਇਹ ਤਾਂ ਇਹ ਸੀ ਕਿ ਜੇ ਬੱਚਾ ਕਮਾਊ ਨਹੀਂ ਹੈ, ਉਹਦੀ ਚੰਗੀ ਨੌਕਰੀ ਨਹੀਂ ਹੈ, ਤੇ ਕਈ ਵਾਰੀ ਪੜ੍ਹਿਆਂ ਲਿਖਿਆਂ ਨੂੰ ਵੀ ਚੰਗੇ ਰਿਸ਼ਤੇ ਨਹੀਂ ਮਿਲਦੇ ਹੁੰਦੇ ਸੀਗੇ ਵੀ ਭਾਈ ਤੇ ਇਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ, ਤੇ ਉਹ ਵਿਚਾਰੇ ਦਾ ਇੱਕ ਨਿੱਕਾ ਜਿਹਾ ਮਕਾਨ ਹੈ ਤੇ ਮੁੰਡੇ ਕੋਲ ਨੌਕਰੀ ਹੈ ਨਹੀਂ, ਛੱਡ ਪਰੇ ਆਪਾਂ ਕਿਸੇ ਹੋਰ ਲੱਭਦੇ ਹਾਂ। ਉਦੋਂ ਵੀ ਇਸ ਚੋਣ ਇਹੋ ਜਿਹੀ ਕੀਤੀ ਜਾਂਦੀ ਸੀ, ਪਰ ਉਸ ਚੋਣ 'ਚ ਗੰਦਗੀ ਨਹੀਂ ਹੁੰਦੀ ਸੀਗੀ। ਬਿਲਕੁਲ ਡਾਕਟਰ ਸਾਹਿਬ ਗੱਲ ਕੀ ਕਰਦੇ ਆ ਵੀ ਤਰ੍ਹਾਂ ਤਰ੍ਹਾਂ ਦੀਆਂ ਕਸੌਟੀਆਂ ਉਹਨਾਂ ਨੂੰ ਪਾਸ ਕਰਨੀਆਂ ਪੈਂਦੀਆਂ ਸੀ, ਜਿਹੜੀਆਂ ਅੱਜ ਕੇ ਉਹ ਹੁਣ ਸੋਚਦੇ ਵੀ ਨਹੀਂ ਕਰਨੀਆਂ ਪੈਂਦੀਆਂ। ਲੇਕਿਨ ਉਹ ਕਸੌਟੀਆਂ ਜੇ ਪਹਿਲਾਂ ਪਾਸ ਕਰਦਾ ਸੀ ਤਾਂ ਜੀਵਨ ਕੰਗਣ ਵਰਗਾ ਹੁੰਦਾ ਸੀਗਾ, ਤੇ ਹੁਣ ਉਹ ਕਸੌਟੀਆਂ ਦੇ ਵਿੱਚ ਨਹੀਂ ਲੰਘਣਾ ਪੈਂਦਾ। ਬਸ ਪੈਸੇ ਦਿੱਤੇ, ਵਿਆਹ ਕਰਾਇਆ ਤੇ ਗਾਹ ਨਿਕਲ ਗਏ। ਲੇਕਿਨ ਉਹਦੇ ਆਉਣ ਵਾਲੇ ਸਿੱਟੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਗੰਭੀਰ ਹੋਣਗੇ। ਕੰਟਰੈਕਟ ਮੈਰਿਜ ਜਿਹੜਾ ਤੁਸੀਂ ਕਹਿੰਦੇ ਨੇ, ਪੈਸਾ ਜਾਂ ਨਾਗਰਿਕਤਾ ਦੇ ਲਾਲਚ ਵਿੱਚ ਸਰੀਰਾਂ ਦੇ ਸੌਦੇ ਹੁੰਦੇ ਆ। ਮਾਂ-ਬਾਪ ਖੁਦ ਰਸਮੋ ਰਿਵਾਜ ਨੂੰ ਤਿਆਗ ਕੇ ਮੁੰਡੇ ਕੁੜੀ ਨੂੰ ਵਿਦੇਸ਼ ਭੇਜਣ ਦੇ ਲਾਲਚ ਵਿੱਚ ਕੁਰੀਤੀਆਂ ਦੀਆਂ ਹੱਦਾਂ ਪਾਰ ਕਰੀ ਜਾਂਦੇ ਨੇ। ਉਹ ਸੋਚਦੇ ਆ ਵੀ ਉੱਥੇ ਜਾ ਕੇ ਸੁਪਨੇ ਵਰਗਾ ਜੀਵਨ ਹੋਊਗਾ, ਸੁਪਨੇ ਹੁੰਦੇ ਸਵਰਗ ਵਰਗਾ ਜੀਵਨ ਹੋਊਗਾ। ਬਿਲਕੁਲ ਜੀ, ਬਿਲਕੁਲ। ਲੇਕਿਨ ਜੀਵਨ ਸ਼ੈਲੀ ਨਰਕ ਤੋਂ ਵੀ ਬਦਤਰ ਹੋ ਜਾਂਦੀ ਹੈ, ਗੁਲਾਮੀ ਵਾਲੀ ਹਾਲਤ ਹੋ ਜਾਂਦੀ ਹੈ ਲੜਕੀਆਂ ਦੀ ਖਾਸ ਕਰਕੇ, ਔਰ ਇੱਥੇ ਤੱਕ ਵੀ ਉਹਨਾਂ ਨੂੰ ਪੇਸ਼ੇ ਵੀ ਕਰਨੇ ਪੈ ਜਾਂਦੇ ਆ। ਸਮਾਜਿਕ ਔਰ ਧਾਰਮਿਕਤਾ ਉਹਨੂੰ ਤਾਂ ਪਾਸੇ ਕਰ ਦਿਓ, ਲੇਕਿਨ ਜਿਵੇਂ ਤੁਸੀਂ ਕਿਹਾ ਨਾ, ਬਾਹਰ ਕੱਢਣਾ ਤੇ ਵਿਦੇਸ਼ ਵਿੱਚ ਖਿੱਚਣਾ, ਇੱਕ ਪਾਸੇ ਧੱਕਾ ਦੇਣਾ, ਦੂਜੇ ਪਾਸੇ ਖਿੱਚਣਾ, ਵੀ ਆਹ ਹਾਲ ਰਹਿ ਗਿਆ। ਕਹਿੰਦੇ ਸੀ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਹੈਗਾ ਵਿਆਹ ਸ਼ਾਦੀ। ਮੈਂ ਮੰਨਦਾ ਜੀ, ਕਿਉਂਕਿ ਇਹ ਖੇਲ ਤਾਂ ਹੁਣ ਏਜੰਟਾਂ ਦਾ, ਭੜੂਏ ਦਲਾਲਾਂ ਦਾ, ਵਿੱਚ ਮਾਂ-ਬਾਪ ਵੀ ਸ਼ਾਮਲ ਹੈ। ਇਹ ਖੇਲ ਤਾਂ ਹੁਣ ਇਹਨਾਂ ਦਾ ਹੋ ਗਿਆ, ਗੁੱਡੀ ਗੁੱਡੀਆਂ ਦਾ ਕੋਈ ਖੇਲ ਨਹੀਂ ਹੈਗਾ। ਅਨੈਤਿਕ ਤਰੀਕੇ ਨਾਲ ਮਲਟੀ ਮੈਰਿਜਿਸ ਐਂਡ ਮਲਟੀ ਡਾਈਵੋਰਸਿਸ ਹਾਲੇ ਤਾਂ ਸ਼ੁਰੂ ਹੋਇਆ ਨਾ ਇਹ। ਹਾਲੇ ਤਾਂ ਕੋਈ ਮੇਰੇ ਖਿਆਲ ਪਿਛਲੇ ਸਾਲ 2 ਸਾਲ ਤੋਂ ਮੈਂ ਦੇਖ ਰਿਹਾ ਵੀ ਪਹਿਲਾਂ ਇੰਨੇ ਨਹੀਂ ਹੁੰਦੇ ਸੀਗੇ, ਲੇਕਿਨ ਹੁਣ ਵੱਧਦੇ ਚਲੇ ਜਾ ਰਹੇ। ਇਹੋ ਜਿਹੀ ਕਾਨੂੰਨੀ ਜ਼ਿੰਦਗੀ ਘੁੜ ਕੇ, ਮਰ ਕੇ, ਜੀ ਕੇ, ਫਿਰ ਮਰ ਕੇ, ਇਹ ਨੌਜਵਾਨ ਜਦ ਵੱਡੀ ਉਮਰ 'ਚ ਪਹੁੰਚਣਗੇ ਤਾਂ ਆਪਣੇ ਆਪ ਨੂੰ ਕੀ ਲਾਹਣਤਾਂ ਪਾਉਣਗੇ ਵੀ ਮੈਂ ਇਹ ਕੀ ਕਰ ਲਿਆ। ਕਈ ਤਾਂ ਐਸੇ ਬੰਦੇ ਜਿਹੜੇ ਸਾਡੀ ਉਮਰ ਦੇ ਵੀ ਹੈਗੇ ਆ ਨਾ, ਉਹ ਇਹ ਪਛਤਾਉਂਦੇ ਵੀ ਮੈਂ ਸਰਕਾਰੀ ਦੀ ਨੌਕਰੀ ਛੱਡ ਕੇ ਆ ਗਿਆ, ਆ ਕੀਤਾ। ਉਹ ਅੱਜ ਤੱਕ ਇਹ ਕਹਿੰਦੇ ਵੀ ਜੇ ਮੈਂ ਉੱਥੇ ਹੁੰਦਾ ਤਾਂ ਪਤਾ ਨਹੀਂ ਕੁਛ ਚੰਗਾ ਹੀ ਹੋ ਜਾਂਦਾ। ਲੇਕਿਨ ਚਲੋ ਫਿਰ ਵੀ ਅਸੀਂ ਆਪਣੇ ਆਪ ਨੂੰ ਕਿਸੇ ਚੀਜ਼ ਬੁਰਾਈਆਂ 'ਚ ਨਹੀਂ ਪਾਇਆ ਹੋਇਆ, ਕੋਈ ਗੰਦਗੀ ਵਿੱਚ ਵੀ ਨਹੀਂ ਨਿਕਲੇ ਹੈਗੇ। ਸਿਰਫ ਇਹ ਹੁੰਦਾ ਸੀਗਾ, ਮੈਂ ਇਹ ਕਹਿ ਕੇ ਖਤਮ ਕਰੂੰਗਾ। ਹੁਣ ਯਸ਼ ਚੋਪੜਾ ਦੀ ਇੱਕ ਫਿਲਮ ਆਈ ਸੀ ਕਿ ਦਾਗ, ਉਹਦੇ 'ਚ ਲਤਾ ਦਾ ਗਾਣਾ ਸੀਗਾ, ਅਬ ਮੁਹੱਬਤ ਵੀ ਹੈ ਕਿਆ ਇੱਕ ਤਿਜਾਰਤ ਕੇ ਸਿਵਾ। ਬਿਲकुल। अब मोहब्बत भी है क्या एक तिजारत के सिवा, अब तो मतलब के लिए नामे वफा लेते हैं लोग। बिल्कुल बिल्कुल। एक चेहरे पे कई चेहरे लगा लेते हैं लोग। ਇੱਥੇ ਤਾਂ ਹੁਣ ਉਹ ਜਿਹੜਾ ਯਸ਼ ਚੋਪੜਾ ਨੇ ਬਣਾਇਆ ਸੀ ਨਾ ਵੀ ਇੱਕ ਚਿਹਰੇ ਤੇ ਤੂੰ ਬਈ ਉਹ ਬੰਦੇ ਦਾ ਕਿਸੇ ਹੋਰ ਕੁੜੀ ਨਾਲ ਪਿਆਰ ਹੋ ਗਿਆ, ਜਿਹੜਾ ਸੀਗਾ ਰਾਜੇਸ਼ ਖੰਨਾ। ਹਾਲਾਂਕਿ ਇਹ ਦਿਖਾਇਆ ਗਿਆ ਵੀ ਉਹ ਜਾਣ ਕੇ ਨਹੀਂ ਕੀਤਾ, ਉਹ ਲੱਭਦੀ ਨਹੀਂ ਸੀ ਤੇ ਉਹਦੇ 'ਚ ਜ਼ਿੰਦਗੀ 'ਚ ਕੋਈ ਹੋਰ ਆ ਗਈ।
एक चेहरे पे कई चेहरे लगा लेते हैं लोग। ये ਜਿਹੜੇ ਲੋਕ ਨੇ ਨਾ ਉਹ ਤਾਂ ਇੱਕ ਦੀ ਗੱਲ ਕਰਦੀ ਸੀ ਰਿਸਰਚ ਕਰਨੇ ਦੀ, ਇੱਥੇ ਤਾਂ ਮਾਂ-ਬਾਪ ਦੇ ਵੀ ਚਿਹਰੇ ਲੱਗੇ ਹੋਏ ਆ, ਏਜੰਟਾਂ ਦੇ ਵੀ ਲੱਗੇ ਹੋਏ ਆ, ਔਰ ਜਿਹੜੇ ਜਿੰਨੇ ਰਿਸ਼ਤੇਦਾਰ ਆ ਜਿਵੇਂ ਤੁਸੀਂ ਕਹਿਣ ਭਾਈ ਭੈਣ ਭਾਈ ਉਹ ਸਾਰਿਆਂ ਨੂੰ ਪਤਾ ਹੁੰਦਾ ਵੀ ਇਹ ਨਕਲੀ ਵਿਆਹ ਹੈਗਾ। ਉਹਦੇ ਵਿੱਚ ਵੀ ਹਰ ਬੰਦਾ ਇੱਕ ਮੁਸਕਰਾਹਟ ਦਾ ਨਕਲੀ ਚਿਹਰਾ ਲਾ ਕੇ ਆਉਂਦਾ, ਉਹ ਇਹ ਦਿਖਾਉਂਦਾ ਵੀ ਅਸੀਂ ਤੁਹਾਡੇ 'ਚ ਬੜੇ ਖੁਸ਼ ਹਾਂ, ਅੰਦਰੋਂ ਹੱਸਦੇ ਹੁੰਦੇ ਆ ਵੀ ਦੇਖੋ ਇਹਨਾਂ ਦੀ ਮੱਤ ਮਾਰੀ ਹੋਈ ਹੈ, ਇਹਨਾਂ ਨੇ ਉੱਥੇ ਧੱਕੇ ਧੁੱਕੇ ਖਾ ਕੇ ਜਾਂ ਤਾਂ ਮੁੜ ਕੇ ਆ ਜਾਣਾ ਜਾਂ ਫਿਰ ਜਿਹੜੀ ਜ਼ਿੰਦਗੀ ਜਿਹੜੀ ਜਿਉਣਗੇ ਸਾਨੂੰ ਪਹਿਲਾਂ ਪਤਾ ਉੱਥੇ ਕੀ ਹੋਊਗੀ। ਪਰ ਜਿਹੜੇ ਹੱਸਦੇ ਆ ਉਹਨਾਂ ਤੇ, ਪਰ ਉਹਨਾਂ ਨੂੰ ਮੌਕਾ ਮਿਲੇ ਨਾ ਉਹ ਵੀ ਆਪਣੇ ਬੱਚਿਆਂ ਨੂੰ ਫਟਾਫਟ ਕੋਸ਼ਿਸ਼ ਕਰਨਗੇ ਵੀ ਦੇਖੋ ਜੇ ਤੁਹਾਡਾ ਤਾਂ ਟਾਂਕਾ ਪਿੱਠ ਹੋ ਗਿਆ ਤੇ ਸਾਡਾ ਵੀ ਕੋਈ ਜੁਗਾੜ ਬਣਾ ਦਿਓ। ਇੱਦਾਂ ਜੁਗਾੜ ਦਾ ਲਫ਼ਜ਼ ਹੈ ਨਾ, ਇਹ ਮੈਂ ਤੁਹਾਡੇ ਕੋਲੋਂ ਹੁਣ ਤੱਕ ਨਹੀਂ ਸੁਣਿਆ, ਪਰ ਮੈਂ ਇਹ ਬਹੁਤ ਸੁਣਦਾ ਲੋਕਾਂ ਕੋਲੋਂ ਵੀ ਯਾਰ ਕੋਈ ਜੁਗਾੜ ਸੈੱਟ ਕਰੀਏ ਜਿਹਦੇ ਨਾਲ ਨਾ ਰਾਤੋਂ ਰਾਤ ਅਮੀਰ ਹੋ ਜਾਈਏ, ਫੋਰਨ ਕੰਟਰੀ ਜਾ ਕੇ ਵੀ। ਮੈਂ ਕਹਿੰਦਾ ਸੀ ਗੱਲ ਸੁਣੋ, ਮੈਨੂੰ ਕਹਿੰਦਾ ਆ ਮੁੰਡੇ ਨੂੰ ਸਾਡੇ ਨਾਲ ਲੈ ਜਾਏ ਇਹਨੂੰ ਵੀ ਇੰਗਲੈਂਡ, ਮੈਂ ਕਿਹਾ ਮੇਰੇ ਝੋਲੇ 'ਚ ਪਾ ਕੇ ਲੈ ਜਾਏ। ਤੇ ਤੁਹਾਨੂੰ ਲੱਗਦਾ ਹੈਗਾ ਵੀ ਉੱਥੇ ਜਾਣ ਸਾਰ ਇਹਨੂੰ ਏਅਰਪੋਰਟ ਤੇ ਕਾਰ ਲੈਣ ਆਊਗੀ ਤੇ ਅਗਲੇ ਦਿਨ ਇਹ ਨੌਕਰੀ ਤੇ ਲੱਗ ਜਾਊਗਾ ਤੇ ਸੈਕਟਰੀ ਚਾਹ ਬਣਾ ਕੇ ਦੇਊਗੀ, ਆਪਣੇ ਦੋਸਤਾਂ ਨੂੰ ਚੈੱਕ ਕੱਟ ਕੇ ਭੇਜਿਆ ਕਰੂਗਾ। ਤੇ ਇਹ ਇੱਦਾਂ ਨਹੀਂ ਹੈਗਾ, ਮਿਹਨਤ ਕਰਨੀ ਪੈਂਦੀ ਆ, ਬਹੁਤ ਸਾਲਾਂ ਦੇ ਘਾਲਣਾ ਕਰਨੀ ਪੈਂਦੀ ਆ, ਫਿਰ ਵੀ ਕਈ ਵਾਰੀ ਚੰਗੇ ਮੌਕੇ ਨਹੀਂ ਮਿਲਦੇ। ਆਮ ਬੰਦਾ ਜਿਹੜਾ ਪੁਰਾਣੇ ਟਾਈਮ ਦਾ ਵੀ ਆਇਆ ਹੈ, ਕਈ ਅੱਜ ਤੱਕ ਵੀ ਉਹ ਹੈਂਡ ਟੂ ਮਾਊਥ ਹੀ ਵਿਚਾਰੇ ਚੱਲਦੇ ਨੇ। ਬਿਲਕੁਲ ਬਿਲਕੁਲ। ਤੇ ਇਹਨੇ ਕਹਿੰਦਾ ਲਫ਼ਜ਼ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਵੀ ਹੋਰਾਂ ਨੂੰ ਵੀ ਮੌਕਾ ਦਈਏ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਜਗਜੀਤ ਸਿੰਘ ਜੀ। ਇਹ ਤਾਂ ਅਸੀਂ ਗਲਾਸਗੋ ਤੋਂ ਜਿਹੜੇ ਹਰ ਹਫ਼ਤੇ ਹੀ ਆਪਣੀ ਬਹੁਤ ਵਧੀਆ ਕੰਟਰੀਬਿਊਸ਼ਨ ਪਾ ਕੇ ਜਾਂਦੇ ਹੈਗੇ ਆ। ਮੈਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਬਹੁਤ ਵੱਡਾ ਜਾਣੀ ਕਿ ਬਹੁਤ ਜ਼ਿਆਦਾ ਮਸ਼ਕੂਰ ਹੈਗਾ, ਬਹੁਤ ਜ਼ਿਆਦਾ ਉਹਨਾਂ ਦਾ ਥੈਂਕਫੁਲ ਹੈਗਾ। ਮੋਮੀ ਜੀ ਜਾਣੀ ਕਿ ਤੁਸੀਂ ਜਿਹੜਾ ਹੈਗਾ ਆਪਣੀ ਕਲਿੱਪ ਵੀ ਲਾ ਦਿਓ ਜਿਹੜੀ ਫਲੱਡ ਬਾਰੇ ਹੈਗੀ ਆ, ਅਤੇ ਫਲੱਡ ਬਾਰੇ ਵੀ ਅਸੀਂ ਅਪੀਲ ਕਰ ਰਹੇ ਹੈਗੇ ਹਾਂ। ਤੁਸੀਂ ਜਾਣੀ ਕਿ ਜਿੰਨੀ ਸਾਡੀ ਵੱਧ ਤੋਂ ਵੱਧ ਮਦਦ ਕਰ ਸਕਦੇ ਹੈਗੇ ਆ, ਕਿਉਂਕਿ ਉੱਥੇ ਬਹੁਤ ਸਾਰੇ ਸਾਡੇ ਭੈਣ ਭਰਾ ਹੈਗੇ। ਦੇਖੋ ਕੀ ਜਾਣੀ ਕਿ ਉੱਥੇ ਹਾਲਾਤ ਹੈਗੇ ਆ, ਜਿਹੜੇ ਸਾਡੇ ਲੋਕ ਫਸੇ ਪਏ ਹੈਗੇ ਆ, ਪਾਣੀ ਬਹੁਤ ਜ਼ਿਆਦਾ ਉੱਥੇ ਆ ਗਿਆ, ਫਸਲਾਂ ਬਹੁਤ ਸਾਰੀਆਂ ਤਬਾਹ ਹੋਈਆਂ, ਲੋਕਾਂ ਦੇ ਘਰ ਤਬਾਹ ਹੋ ਗਏ, ਲੋਕਾਂ ਦਾ ਬਿਜ਼ਨਸ, ਲੋਕਾਂ ਦਾ ਜਿਹੜੇ ਮਜ਼ਦੂਰ ਜਮਾਤ ਸੀ ਉਹਨਾਂ ਦਾ, ਕਿਉਂਕਿ ਉਹਨਾਂ ਦੇ ਵਿਚਾਰਿਆਂ ਕੋਲ ਘਰ ਵੀ ਹੋ ਗਏ ਸੀਗੇ, ਇਸ ਕਰਕੇ ਉਹ ਵੀ ਢਹਿ ਢੇਰੀ ਹੋ ਗਿਆ। ਤੁਹਾਡੀ ਜਿਹੜੀ ਮਦਦ ਹੈਗੀ ਆ ਉਹ ਅਸੀਂ ਇਸ ਚੀਜ਼ ਦਾ ਤੁਹਾਡਾ ਵਾਅਦਾ ਕਰਦੇ ਹਾਂ ਕਿ ਉਹ ਸਹੀ ਜਗ੍ਹਾ 'ਤੇ ਜਾ ਕੇ ਲੱਗੂਗੀ। ਤੁਹਾਡੇ ਜਨ ਕਿਹੜੇ ਹੈਗੇ 20, 50, 100, 200 ਜਿੰਨੇ ਵੀ ਤੁਸੀਂ ਜਿਹੜੀ ਡੋਨੇਸ਼ਨ ਪਾਉਣ ਸਾਨੂੰ ਦਿੰਦੇ ਹੈਗੇ, ਇਹ ਇੱਕ ਤੁਸੀਂ ਜਿਹੜਾ ਹੁਣੇ ਦੇਖ ਰਹੇ ਸੀ ਕਿ ਜਿਹੜਾ ਬਹੁਤ ਸਾਰੇ ਪਾਣੀ ਦੇ ਵਿੱਚ ਦੀ ਸਾਡੀ ਸਾਰੀ ਟੀਮ ਨੂੰ ਲੰਘ ਕੇ ਆਉਣਾ ਪਿਆ। ਇੱਧਰਲੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਸਮੁੰਦਰ ਵਾਲਾ ਜਿਹੜਾ ਮਾਹੌਲ ਹੈ ਇਸ ਵੇਲੇ ਵਿਜੇ ਜੀ, ਇਹ ਜਿਹੜਾ ਹੈਗਾ ਮੈਨੂੰ ਕੁਝ ਨਹੀਂ ਸੁਣ ਰਿਹਾ ਵੀ ਉੱਥੇ ਮੇਰਾ ਖਿਆਲ ਪਹੁੰਚਿਆ ਹੋਏਗਾ। ਤੁਸੀਂ ਪਾਣੀ ਦੇ ਵਿੱਚ ਸਾਨੂੰ ਆਉਂਦਿਆਂ ਦੇਖਿਆ ਹੋਏਗਾ ਕਿ ਕਿਵੇਂ ਸਾਡੀ ਜਿਹੜੀ ਕਾਂਸ਼ੀ ਟੀਵੀ ਦੀ ਜਿਹੜੀ ਟੀਮ ਹੈਗੀ ਆ ਉਹ ਇੱਥੇ ਪਹੁੰਚ ਕੀਤੀ। ਅਸੀਂ ਰਾਸ਼ਨ ਲੈ ਕੇ, ਇਹ ਬੀਬੀ ਕੋਠੇ ਤੇ ਖੜ ਕੇ ਵੀ ਹੱਥ ਮਾਰ ਰਹੀ ਸੀਗੀ ਸਾਨੂੰ ਇੱਦਾਂ ਲੱਗਿਆ ਕਿ ਇੱਥੇ ਕੋਈ ਨਹੀਂ ਆਇਆ ਹੋਏਗਾ। ਸਾਡੀ ਕਾਂਸ਼ੀ ਟੀਵੀ ਦੀ ਟੀਮ ਇਸ ਵੇਲੇ ਇਸ ਘਰ ਦੇ ਵਿੱਚ, ਜਿਸ ਘਰ ਦੇ ਆਲੇ ਦੁਆਲੇ 3-3, 4-4, 5-5 ਫੁੱਟ ਪਾਣੀ ਹੈ, ਤੇ ਤੁਸੀਂ ਨਿਸ਼ਾਨੀ ਦੇਖ ਸਕਦੇ ਹੋ ਕਿ ਇਸ ਘਰ ਦੇ ਉੱਪਰ ਵੀ ਇਸ ਪਾਣੀ ਦੀ ਤਹਿ ਤੋਂ ਕਰੀਬ 8-9 ਫੁੱਟ ਹੋਰ ਵੀ ਉੱਚਾ ਪਾਣੀ ਉਹ ਸੀ। ਮਕਾਨਾਂ ਦੇ ਉੱਤੇ ਲੱਗੇ ਹੋਏ ਨਿਸ਼ਾਨ ਜਿਹੜੇ ਨੇ ਉਹ ਵੀ ਦੱਸ ਰਹੇ ਨੇ। ਤੇ ਇਹਨਾਂ ਨੇ ਪਰਿਵਾਰ ਨੇ ਸਮਾਨ ਜਿਹੜਾ ਆ ਉਹ ਕੋਠੇ ਤੇ ਰੱਖਿਆ ਹੋਇਆ। ਦੇਖੋ ਕਿਵੇਂ ਦਾ ਦਰਦਨਾਕ ਸੀਨ ਹੈ, ਦਰਦਨਾਕ ਮਾਹੌਲ ਹੈ। ਇਹਨਾਂ ਨੇ ਕਿਵੇਂ ਇੰਨਾ ਭਾਰਾ ਸਮਾਨ ਦਾਣੇ ਕੱਢ ਕੇ ਡਰਮ ਦੇ ਵਿੱਚੋਂ ਉੱਪਰ ਚਾੜੇ ਹੋਣਗੇ, ਕਿੱਦਾਂ ਇਹਨਾਂ ਦੀ ਤੁਸੀਂ ਇਹ ਦੇਖ ਹੀ ਰਿਹਾ ਹੈਗੇ ਵੀ ਸੀਨ ਜਿਹੜਾ ਹੈਗਾ ਕਿੰਨਾ ਦਰਦਨਾਕ ਸੀਨ ਹੈਗਾ। ਅਤੇ ਇਸੇ ਕਰਕੇ ਅਸੀਂ ਤੁਹਾਨੂੰ ਅਪੀਲ ਕਰ ਰਹੇ ਹੈਗੇ। ਹੈਲੋ ਜੀ, ਕੌਣ ਜੀ, ਕਿੱਥੋਂ ਬੋਲ ਰਿਹਾ ਜੀ? ਨਮਸਕਾਰ। ਹਾਂ ਜੀ ਸੁਮਨ ਸਾਹਿਬ, ਕੀ ਕਹਿਣਾ ਚਾਹੁੰਦੇ ਜੀ? ਡਾਕਟਰ ਸਾਹਿਬ, ਜਿਹੜੀ ਤੁਸੀਂ ਨਾ ਮਤਲਬ ਗੱਲ ਕੀਤੀ ਕਿ ਕਮਰਸ਼ੀਅਲਾਈਜ਼ ਸਾਡੇ ਸਮਾਜ ਦੇ ਵਿੱਚ ਜਿਹੜੇ ਮੈਰਿਜਸ ਹੈ ਪੂਰੀ ਤਰ੍ਹਾਂ ਜਿਹੜੇ ਬਾਹਰ ਅਸੀਂ ਆਏ ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਕਮਰਸ਼ੀਅਲਾਈਜ਼ ਬਹੁਤ ਚਿਰ ਤੋਂ ਹੋ ਚੁੱਕੀ ਆ। ਪਰ ਜਿਸ ਵੇਲੇ EEC ਦੇ ਮੈਂਬਰ ਜਿਹੜੇ ਜਿਹਨਾਂ ਮਤਲਬ ਅਸੀਂ ਜੁਆਇਨ ਕੀਤਾ ਤੇ ਜਿਹੜੀ ਉੱਥੋਂ ਮਤਲਬ ਜਿਹੜੀ ਜਨਤਾ ਆਈ ਉਹਨੇ ਬਹੁਤ ਜ਼ਿਆਦਾ ਟ੍ਰੇਡ ਇੱਥੇ ਵਧਿਆ। ਹਾਂਜੀ, ਬਹੁਤ ਸਾਰੀਆਂ ਯੂਰਪੀਅਨ ਲੜਕੀਆਂ ਜਿਹੜੀਆਂ ਸੀਗੀਆਂ ਉਹਨਾਂ ਨਾਲ ਕੰਟਰੈਕਟ ਕੀਤਾ ਗਿਆ ਮੈਰਿਜ ਦਾ, ਉਹ ਵਿਆਹ ਕਰਾਇਆ ਗਿਆ। ਕਈ ਫੜੇ ਵੀ ਗਏ ਪਰ ਬਹੁਤ ਸਾਰੇ ਹੋਏ। ਉਸ ਤੋਂ ਬਾਅਦ ਮੇਰੇ ਖਿਆਲ 'ਚ 30-35 ਸਾਲ ਤੋਂ ਇਹ ਕੈਨੇਡਾ ਦੇ ਵਿੱਚ ਹੁਣ ਵੀ ਬਹੁਤ ਜ਼ਿਆਦਾ ਇਹ ਬਹੁਤ ਵੱਡਾ ਕਮਰਸ਼ੀਅਲਾਈਜ਼ ਬਿਜ਼ਨਸ ਬਣ ਚੁੱਕਾ। ਬਹੁਤ ਸਾਰੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਮਤਲਬ ਉੱਥੇ ਦੀ ਐਂਟਰੀ ਵਾਸਤੇ ਕੁਆਲੀਫਾਈ ਕਰ ਸਕਦੀਆਂ ਜਾਂ ਕੀਤਾ ਜਿਨ੍ਹਾਂ ਨੇ। ਮੈਨੂੰ ਪਤਾ ਕਿ ਬਹੁਤ ਸਾਰੀਆਂ ਲੜਕੀਆਂ ਨੂੰ
ਪੇਸ਼ ਕੀਤਾ ਗਿਆ ਕਿ ਅਸੀਂ ਤੈਨੂੰ 20 ਲੱਖ ਰੁਪਈਆ ਦਿੰਦੇ ਹਾਂ, 10 ਲੱਖ ਤੇਰੇ ਬੈਂਕ 'ਚ ਜਾਊਗਾ ਔਰ 10 ਲੱਖ ਤੇਰਾ ਖਰਚਾ ਹੋਊਗਾ। 2 ਸਾਲ ਤੋਂ ਬਾਅਦ ਜਿਸ ਵੇਲੇ ਤੂੰ ਪੱਕੀ ਹੋ ਜਾਏ ਤੂੰ ਸਾਡਾ ਮੁੰਡਾ ਮੰਗਾ ਦੇ, ਉਹਨੂੰ ਸੈੱਟ ਕਰ ਦੇ ਤੇ ਤੂੰ ਆਪਣੇ ਘਰ ਤੇ ਅਸੀਂ ਆਪਣੇ ਘਰ। ਇਹ ਇੱਕ ਅੱਧਾ ਕੇਸ ਨਹੀਂ ਡਾਕਟਰ ਸਾਹਿਬ, ਇਹ ਬਹੁਤ ਸਾਰੇ ਐਸੇ ਕੇਸ ਹੋ ਰਹੇ ਨੇ ਔਰ ਹੋਏ ਨੇ ਔਰ ਹੋ ਵੀ ਜਾਣੇ ਆ ਹਾਲੇ, ਕਿਉਂਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਇੰਨਾ ਰੋਟਨ ਹੋ ਚੁੱਕਾ ਕਿ ਉੱਥੋਂ ਕਿਸੇ ਚੀਜ਼ ਦੀ ਇੰਪਰੂਵਮੈਂਟ ਹੋਣੀ ਬਹੁਤ ਮੁਸ਼ਕਿਲ ਹੈ। ਜਿੱਥੇ ਤੱਕ ਤੁਸੀਂ ਐਥਿਕਸ ਦੀ ਗੱਲ ਕਰਦੇ ਆ, ਐਥਿਕਸ ਦਾ ਜਾਂ ਕੌਨਸ਼ੀਅੰਸ ਐਥਿਕਸ, ਇਹ 2 ਲਫ਼ਜ਼ ਤਾਂ ਸਾਡੇ ਵਿੱਚ ਬਸਦੇ ਹੀ ਨਹੀਂਗੇ। ਜਿਹੜੀ ਗੱਲ ਆ ਰੱਬ ਜਾਣੇ ਕਿਉਂ ਅਸੀਂ ਇੰਨੇ ਧਾਰਮਿਕ ਵੀ ਆਪਣੇ ਆਪ ਨੂੰ ਬਹੁਤ ਕਹਾਉਂਦੇ ਆ, ਜਿੱਥੇ ਧਾਰਮਿਕ ਇਨਸਾਨ ਬੜਾ ਵਧੀਆ ਹੋਣਾ ਚਾਹੀਦਾ, ਇੱਕ ਬੜਾ ਕਾਇੰਡ ਓਨੈਸਟ ਇਮਾਨਦਾਰ ਹੋਣਾ ਚਾਹੀਦਾ, ਪਰ ਅਸੀਂ ਉਸ ਦੇ ਸਭ ਕੁਝ ਉਲਟ ਹੈ। ਮੇਰੇ ਇੱਕ ਰਿਸ਼ਤੇਦਾਰ ਹੈ ਡਾਕਟਰ ਸਾਹਿਬ, ਉਹਨਾਂ ਦਾ ਗੈਸਟ ਕੀ ਨਾਮ ਉਹਨਾਂ ਦਾ ਨਾ ਵੈਡਿੰਗ ਪੈਲੇਸ ਆ, ਮੈਂ ਨਾਂ ਨਹੀਂ ਲਾਉਂਗਾ। ਨਹੀਂ ਠੀਕ ਹੈ। ਜਿਹੜਾ ਉਹਦਾ ਮੈਨੇਜਰ ਆ ਉਹ ਵੀ ਮੇਰਾ ਮੁੰਡਾ ਰਿਸ਼ਤੇਦਾਰ ਆ, ਪੜ੍ਹਿਆ ਲਿਖਿਆ BA ਪੜ੍ਹਿਆ ਮੁੰਡਾ। ਉਹਨੇ ਮੈਨੂੰ ਡਾਕਟਰ ਸਾਹਿਬ ਦੱਸਿਆ ਕੁਛ ਚਿਰ ਹੋਇਆ, ਉਹ ਕਹਿੰਦਾ ਕਿ ਇੱਥੇ ਲਾੜੇ ਆਉਂਦੇ ਆ ਤੁਹਾਡੇ ਮੁਲਕਾਂ ਵਿੱਚੋਂ, ਖਾਸ ਕਰ ਮੋਸਟਲੀ ਕੈਨੇਡਾ ਦੇ ਵਿੱਚੋਂ, ਉਹ ਲੜਕੀ ਲੈ ਕੇ ਆਉਂਦੇ ਆ, ਉਹਦਾ ਵਿਆਹ ਉਸ ਹਾਲ ਦੇ ਵਿੱਚ ਕੀਤਾ ਜਾਂਦਾ, ਜਿਹੜੀ ਆਡੀਅנס ਆ ਉਹ ਵੀ ਹਾਇਰ ਕੀਤੀ ਜਾਂਦੀ ਆ, ਜਿਹੜੀ ਮਤਲਬ ਜਿਹੜੇ ਭਾਈ ਗ੍ਰੰਥੀ ਲਿਆਂਦੇ ਜਾਂਦੇ ਆ ਉਹ ਸਭ ਕੁਝ ਯਾਨੀ ਫੇਕ ਮਤਲਬ ਪੇਸ਼ ਕੀਤਾ ਜਾਂਦਾ। ਫਿਰ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਹਦੇ ਫੇਰੇ ਕੀਤੇ ਜਾਂਦੇ ਆ। ਇਹ ਇੱਕ ਝੂਠ ਦੇਖੋ, ਇੱਕ ਪਾਸੇ ਅਸੀਂ ਕਹਿੰਦੇ ਅਸੀਂ ਧਾਰਮਿਕ ਆ, ਉਸੇ ਧਾਰਮਿਕ ਗ੍ਰੰਥ ਦੇ ਸਾਹਮਣੇ ਅਸੀਂ ਝੂਠ ਬੋਲ ਰਹੇ ਹਾਂ। ਫਿਰ ਉਹ ਜਦੋਂ ਉੱਥੇ ਵਿਆਹ ਹੋ ਕੇ ਚਲ ਜਾਂਦਾ, ਕੈਨੇਡਾ ਚਲ ਜਾਂਦਾ, ਉੱਥੇ ਮਤਲਬ ਸੈੱਟ ਹੋ ਕੇ ਜਦੋਂ ਪੱਕਾ ਹੋ ਜਾਂਦਾ, ਫਿਰ ਉਹਦੀ ਕੀਮਤ ਬਹੁਤ ਵੱਧ ਜਾਂਦੀ ਆ। ਜਦ ਵਾਪਸ ਆਉਂਦਾ ਤਾਂ ਫਿਰ ਦੇਖੋ ਉਸੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਫਿਰ ਉਹ ਸਹੀ ਵਿਆਹ ਕਰਾਉਂਦਾ। ਦੇਖੋ 2 ਝੂਠ ਜਾਣੀ ਬੋਲੀ ਜਾ ਰਹੇ ਆ, ਔਰ ਕੋਈ ਜ਼ਮੀਰ ਵੀ ਉਹਨਾਂ ਦੀ ਜਾਗਦੀ ਕਿ ਵੀ ਸਾਨੂੰ ਆਪਣੇ ਧਰਮ ਦੇ ਸਾਹਮਣੇ, ਆਪਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਉਹ ਸ਼ਰੇਆਮ ਝੂਠ ਬੋਲਦੇ ਨੇ। ਇਹ ਆ ਸਾਡੇ ਐਥਿਕਸ, ਇਹ ਆ ਸਾਡੀ ਕੌਨਸ਼ੀਅੰਸ। ਡਾਕਟਰ ਸਾਹਿਬ ਬਹੁਤ ਸਾਰੀਆਂ ਐਸੀਆਂ ਐਗਜ਼ਾਮਪਲ ਹੈ ਜਿਹੜੀਆਂ ਕਿ ਤੁਹਾਨੂੰ ਬਹੁਤ ਹੈਰਾਨ ਕਰਦੀਆਂ, ਸ਼ੌਕ ਕਰਦੀਆਂ, ਪਰ ਉਹ ਇੰਨੀਆਂ ਹੋ ਚੁੱਕੀਆਂ ਵੀ ਹੁਣ ਤੁਹਾਨੂੰ ਉਹ ਸ਼ੌਕ ਵੀ ਨਹੀਂ ਕਰ ਰਹੀਆਂ। ਹੁਣ ਤੁਸੀਂ ਕਹਿੰਦੇ ਛੱਡੋ ਪਰੇ ਕੀ ਫਾਇਦਾ ਹੈਗਾ। ਡਾਕਟਰ ਸਾਹਿਬ ਮੈਂ ਇੱਕ ਗੱਲ ਕਰਨਾ, ਖਾਸ ਕਰ ਇਹਨਾਂ ਮੁਲਕਾਂ 'ਚ ਨਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਹੈ ਨਾ, ਉਹਨੇ ਇਸ ਮੁਲਕ ਦਾ ਬੇੜਾ ਇੰਨਾ ਗਰਕ ਕਰਤਾ ਕਿ ਉਹਦੇ ਵਿੱਚ ਤੁਹਾਡੇ ਬੱਚੇ ਵੀ ਮੇਰੇ ਬੱਚੇ ਵੀ ਬਹੁਤ ਬੁਰੀ ਤਰ੍ਹਾਂ ਇਫੈਕਟ ਹੋਣਗੇ। ਮੈਂ ਕਿਸੇ ਦੇ ਆਉਣ ਦੇ ਖਿਲਾਫ ਨਹੀਂ, ਜਿਹਨੂੰ ਵੈਲਕਮ ਕੀਤਾ ਜਾਂਦਾ, ਜਿਹਨੂੰ ਇਨਵਾਈਟ ਕੀਤਾ ਜਾਂਦਾ, ਉਹ ਜੀ ਸਦਕੇ ਆਵੇ। ਡਾਕਟਰ ਸਾਹਿਬ ਅਗਰ ਤੁਹਾਡੇ ਘਰ ਵਿੱਚ, ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਗੱਲ, ਅਗਰ ਤੁਹਾਡੇ ਘਰ ਦੇ ਵਿੱਚ ਕੋਈ ਦਰਵਾਜ਼ਾ ਕਰਕੇ ਮੋਹਰੇ ਹੈਲੋ ਕਰਕੇ ਸਤਿ ਸ੍ਰੀ ਅਕਾਲ ਕੇ ਤੁਹਾਡੇ ਘਰ 'ਚ ਆਉਂਦਾ ਤਾਂ ਤੁਸੀਂ ਉਹਨੂੰ ਘਰ ਬੁਲਾਉਂਦੇ ਆ, ਚਾਹ ਪਾਣੀ ਵੀ ਪੁੱਛਦੇ ਆ। ਅਗਰ ਉਹੀ ਇਨਸਾਨ ਤੁਹਾਡੀ ਫੈਂਸ ਪੱਟ ਕੇ ਟੱਪ ਕੇ ਤੁਹਾਡੇ ਘਰ 'ਚ ਆਵੇ ਤਾਂ ਤੁਸੀਂ ਉਹਨੂੰ ਚਾਹ ਪਾਣੀ ਪਿਲਾਓਗੇ? ਪਰ ਸਾਡੇ ਮੁਲਕ ਵਿੱਚ ਇਹ ਸਭ ਕੁਝ ਹੋ ਰਿਹਾ। ਬਿਲਕੁਲ ਜਿਹਨੂੰ ਜੀ ਸਦਕੇ ਜਿਹੜਾ ਦਰਵਾਜ਼ਾ ਕਰਕੇ ਆਉਂਦਾ, ਹੈਲੋ ਕਰਕੇ ਆਉਂਦਾ, ਪੁੱਛ ਕੇ ਆਉਂਦਾ, ਅਸੀਂ ਉਹਦੀ ਸੇਵਾ ਕਰਨ ਲਈ ਤਿਆਰ ਆ। ਪਰ ਜਿਹੜਾ ਤੁਹਾਡੇ ਘਰ ਦੀ ਬਾੜ ਟੱਪ ਕੇ ਆਉਂਦਾ, ਉਹਨੂੰ ਹੋਟਲਾਂ 'ਚ ਰੱਖਣਾ, ਉਹਦੀ ਸੇਵਾ ਕਰਨੀ, ਉਹਨੂੰ ਸਤਿਕਾਰ ਦੇਣਾ, ਉਹਨੂੰ ਪੈਸੇ ਦੇਣੇ, ਇਹ ਕਿੱਡਾ ਵੱਡਾ ਜਾਨੀ ਕਿੱਡਾ ਵੱਡਾ ਐਕਸਪਲੋਇਟੇਸ਼ਨ ਹੋ ਰਹੀ ਆ, ਕਿੱਡਾ ਵੱਡਾ ਸਾਡੇ ਅੱਛੇ ਲਾਅ ਦੇ ਨਾਲ ਖਲਵਾੜ ਹੋ ਰਿਹਾ ਔਰ ਹੋ ਹੀ ਜਾ ਰਿਹਾ ਹੈਗਾ। ਉਹਦਾ ਅਸਰ ਤੁਹਾਤੇ ਵੀ ਪੈਣਾ, ਮੇਤੇ ਵੀ ਰਹਿਣਾ, ਬਾਕੀਆਂ ਦੇ ਪੈਣਾ। ਇਸ ਮੁਲਕ ਦਾ ਜਿਹੜਾ ਸੋਸ਼ਲ ਸਟਰਕਚਰ ਹੈ ਨਾ, ਇਸੇ ਕਰਕੇ ਬਹੁਤ ਵਿਗੜੀ ਜਾ ਰਿਹਾ। ਸੋ ਡਾਕਟਰ ਸਾਹਿਬ it is a very commercialized business now, very commercialized। ਇਹਨਾਂ ਤੇ ਮੈਰਿਜ ਦੀ ਜਿਹੜੀ ਸੈਂਕਟਿਟੀ ਆ ਉਹਦਾ ਬੇੜਾ ਗਰ ਕਰ ਦਿੱਤਾ। ਹੋਰ ਤੁਸੀਂ ਗੱਲ ਛੱਡੋ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਮੈਂ ਅੱਗੇ ਨਹੀਂ ਜਾਂਦਾ, ਬਹੁਤ ਸਾਰੇ ਕਾਲਰ ਪਿੱਛੇ ਬੜੇ ਕਾਬਲ ਕਾਲਰ ਬੈਠੇ ਨੇ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਮੇਰੇ ਵੀਰ ਹਰਭਜਨ ਸੁਮਨ ਹੋਣੀ ਜਿਨ੍ਹਾਂ ਨੇ ਗ੍ਰੇਵਜੈਂਟ ਤੋਂ ਫੋਨ ਕੀਤਾ। ਇਹ ਵੀ ਹਰ ਵਾਰੀ ਦੀ ਤਰ੍ਹਾਂ ਆਪਣੇ ਬਹੁਤ ਬੜਮੁੱਲੇ ਵਿਚਾਰ ਸਾਨੂੰ ਦੇ ਕੇ ਜਾਂਦੇ ਹੈਗੇ ਆ। ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਤੁਸੀਂ ਇਹਨਾਂ ਇਸ਼ੂਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਤੇ ਫਲੱਡ ਦੀ ਜਿਹੜੀ ਸਾਡੇ ਅਪੀਲ ਚੱਲ ਰਹੀ ਹੈਗੀ ਆ, ਉਹਦੇ ਬਾਰੇ ਵੀ ਜਿਹੜਾ ਹੈਗਾ ਤੁਸੀਂ ਪੈਸੇ ਸਾਡੇ ਟੈਲੀਫੋਨ ਦੇ ਥਰੂ ਯਾਨੀ ਕਿ ਦੇ ਸਕਦੇ ਹੈਗੇ 0300 770 2246। ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਆ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ 44 ਅਤੇ ਉਸ ਤੋਂ ਬਾਅਦ 300 770 2246 ਨੰਬਰ ਪਾਉਣਾ ਪਊਗਾ। ਕਿਉਂਕਿ ਜਿਹੜੇ ਹਾਲਾਤ ਜੋ ਕੁਛ ਅੱਜ ਕੱਲ੍ਹ ਜੋ ਯਾਨੀ ਕਿ ਕਰ ਰਹੇ ਹੈਗੇ ਆਪਣੇ ਫਲੱਡ ਨੇ, ਯਾਨੀ ਕਿ ਜੋ ਉੱਥੇ ਲੋਕਾਂ ਦਾ ਹਾਲ ਬੁਰਾ ਕੀਤਾ ਹੈਗਾ, ਉਹਦੇ ਲਈ ਸਾਨੂੰ ਜ਼ਰੂਰ ਐਜ਼ ਏ ਇਨਸਾਨੀਅਤ ਦੇ ਤੌਰ 'ਤੇ ਸਾਨੂੰ ਜਿਹੜੀ ਹੈਗੀ ਉਹਨਾਂ ਦੀ ਆਪਣੇ ਭੈਣ ਭਰਾਵਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਆ। ਚਾਹੇ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਜਿਹੜੇ ਲੋਕ ਹੈਗੇ ਮੁਤਾਸਰ ਹੋਣ ਕਿਸੇ ਚੀਜ਼ ਤੋਂ ਵੀ, ਅਸੀਂ ਉਹਨਾਂ ਦੀ ਮਦਦ ਕਰਦੇ ਹੈਗੇ ਹਾਂ। ਅਤੇ ਹੁਣ ਜਾਨੀ ਕਿਹੜਾ ਹੈਗਾ ਅਸੀਂ ਕਾਂਸ਼ੀ ਟੈਲੀਵਿਜ਼ਨ, ਤੁਹਾਨੂੰ ਪਤਾ ਹੈ ਕਿ ਅਸੀਂ ਜਦੋਂ ਵੀ ਕੋਈ ਇੱਦਾਂ ਦੀ ਵਿਪਤਾ ਆਉਂਦੀ ਹੈ ਅਸੀਂ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕਰਦੇ ਹਾਂ। ਅਤੇ ਹੁਣ ਵੀ ਇਸੇ ਕਰਕੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਅਤੇ ਤੁਹਾਡੇ ਤੋਂ ਅਸੀਂ
ਬੇਨਤੀ ਕਰ ਰਹੇ ਤੁਹਾਨੂੰ ਤੁਸੀਂ ਸਾਡੀ ਯਾਨੀ ਕਿ ਵੱਧ ਤੋਂ ਵੱਧ ਇਸ ਕੰਮ ਵਿੱਚ ਮਦਦ ਕਰੋ। ਸਾਡੀ ਟੈਲੀਫੋਨ ਲਾਈਨਸ ਖੁੱਲ੍ਹੀਆਂ ਹੈਗੀਆਂ। ਮੋਮੀ ਸਾਹਿਬ ਯਾਨੀ ਕਿ ਜੇ ਤੁਸੀਂ ਕੋਈ ਹੋਰ ਕਲਿੱਪ ਵੀ ਦਿਖਾਉਣਾ ਹੈਗਾ ਫਲੱਡ ਬਾਰੇ ਤਾਂ ਉਹ ਵੀ ਤੁਸੀਂ ਦਿਖਾ ਸਕਦੇ ਹਾਂ, ਜਿੰਨੀ ਦੇਰ ਆਪਾਂ ਟੈਲੀਫੋਨ ਕਾਲਸ ਦੀ ਵੇਟ ਕਰਦੇ ਹਾਂ। ਅਤੇ ਇਨ ਦਾ ਮੀਨ ਟਾਈਮ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈਗੀ ਆ, ਇਹ ਜਿਹੜਾ ਵਿਆਹਾਂ ਦਾ ਵਪਾਰੀਕਰਨ ਹੋ ਰਿਹਾ ਹੈਗਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਵੀ ਲਾਵਾਂ ਲੈਂਦੇ ਹਾਂ, ਅਤੇ ਉਦੋਂ ਸਾਡੀ ਬੇਅਦਬੀ ਨਹੀਂ ਹੁੰਦੀ ਹੈ ਜਦੋਂ ਸਾਨੂੰ ਪਤਾ ਲੱਗੇ ਸਭ ਕੁਝ ਝੂਠ ਹੈਗੀ ਆ। ਯਾਨੀ ਕਿ ਜਾਂ ਜਿਹੜੇ ਹੈਗੇ ਆ ਪੰਡਿਤ ਪੁਰੋਹਿਤ ਜਿਹੜੇ ਆ ਅਗਨੀ ਦੇ ਦੁਆਲੇ ਜਿਹੜਾ ਹਵਨ ਦੇ ਦੁਆਲੇ ਯਾਨੀ ਕਿਹੜਾ ਹੈਗਾ ਲਾਵਾਂ ਕਰਦੇ ਆ, ਉਹਨਾਂ ਨੂੰ ਪਤਾ ਲੱਗੇ ਝੂਠ ਹੈਗਾ ਅਤੇ ਕੀ ਉਦੋਂ ਬੇਅਦਬੀ ਨਹੀਂ ਹੁੰਦੀ ਹੈਗੀ ਧਰਮ ਦੀ। ਉੱਦਾਂ ਯਾਨੀ ਕਿਹੜਾ ਹੈਗੀ ਇਹਨਾਂ ਦੀ ਬੜੀ ਬੇਅਦਬੀ ਹੁੰਦੀ ਆ। ਮੰਦਿਰ ਵਿੱਚ ਨਹੀਂ ਜਾਣ ਦਿੰਦੇ, ਸੋ ਕਾਲਡ ਕਿਸੇ ਨੂੰ ਘਟੀਆ ਜਾਤ ਕਹਿੰਦੇ ਹੈ, ਕਿਸੇ ਨੂੰ ਵਧੀਆ ਜਾਤ ਕਹਿੰਦੇ ਹੈਗੇ ਆ, ਜਾਂ ਕਿਸੇ ਔਰਤਾਂ ਨੂੰ ਕਿਸੇ ਜਗ੍ਹਾ 'ਤੇ ਜਾਣ ਦਿੰਦੇ। ਉਦੋਂ ਸਾਡੀਆਂ ਕਦਰਾਂ ਕੀਮਤਾਂ ਕਿੱਥੇ ਚਲੀ ਜਾਂਦੀਆਂ? ਇਹ ਸਵਾਲ ਹੈਗੇ ਜਿਹੜੇ ਸਾਨੂੰ ਆਪਣੇ ਆਪ ਕੋਲ ਪੁੱਛਣੇ ਚਾਹੀਦੇ ਆ। ਇਹ ਸਵਾਲ ਹੈਗੇ ਆ ਜਿਹੜੇ ਕਿ ਸਾਨੂੰ ਪੁੱਛਣੇ ਬਣਦੇ ਹੈਗੇ ਆ ਵੀ ਸਾਡੀਆਂ ਜਿਹੜੀਆਂ ਮੋਰਲ ਵੈਲਿਊਜ਼ ਹੈਗੀਆਂ ਉਹ ਕਿੱਥੇ ਖੜ੍ਹ ਗਈਆਂ। ਅਤੇ ਜਿਸ ਤਰ੍ਹਾਂ ਯਾਨੀ ਕਿ ਮੈਂ ਆਪਣੇ ਲੇਖ ਵਿੱਚ ਦੱਸਿਆ ਹੈਗਾ ਵੀ ਕੀ ਇਹ ਖਿੱਚਣ ਧੂਣ ਦੀ ਗੱਲ ਯਾਨੀ ਕਿ ਰਹਿ ਗਈ ਹੈਗੀ ਬਾਹਰਲੇ ਮੁਲਕਾਂ ਵਿੱਚ। ਸਾਡੇ ਜਿਹੜੇ ਰਿਸ਼ਤੇ ਨਾਤੇ ਹੈਗੇ ਆ, ਜਿਹੜੇ ਪਾਕ ਪਵਿੱਤਰ ਰਿਸ਼ਤੇ ਸੀਗੇ, ਚਾਹੇ ਉਹ ਭੈਣ ਭਰਾ ਦਾ ਰਿਸ਼ਤਾ ਹੈਗਾ, ਚਾਹੇ ਧੀ ਦਾ ਅਤੇ ਬਾਪ ਦਾ ਹੈਗਾ, ਅਸੀਂ ਕੋਈ ਵੀ ਰਿਸ਼ਤਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਛਿੱਕੇ ਟੰਗਤਾ, ਉਹਦੀ ਯਾਨੀ ਕਦਰ ਕੀਮਤ ਜਿਹੜੀ ਹੈਗੀ ਅਸੀਂ ਨਹੀਂ ਆਪਣੇ ਪੱਲੇ ਬੰਨੀ। ਸੋ ਸਾਨੂੰ ਇਹ ਸੋਚਣਾ ਪਊਗਾ ਬਈ ਅਸੀਂ ਕਿੱਥੇ ਜਾਣ ਕੇ ਖੜ੍ਹਦੇ ਹੈਗੇ ਹਾਂ। ਮੋਮੀ ਸਾਹਿਬ ਜਾਣੀ ਕਿ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ, ਜੇ ਤੁਸੀਂ ਕਲਿੱਪ ਕੋਈ ਹੋਰ ਦਿਖਾਉਣਾ ਹੈਗਾ ਫਲੱਡ ਬਾਰੇ ਤਾਂ ਜਾਣੀ ਕਿ ਜ਼ਰੂਰ ਦਿਖਾ ਦਿਓ। ਉਸ ਟਾਈਮ ਦੇ ਵਿੱਚ ਜਾਣੀ ਕਿ ਜਿਹੜਾ ਹੈਗਾ ਆਪਾਂ ਟੈਲੀਫੋਨ ਦੀ ਕਾਲ ਦੀ ਵੀ ਵੇਟ ਕਰਵਾਂਗੇ। ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਸਾਨੂੰ ਟੈਲੀਫੋਨ ਕਾਲਸ ਦੀ ਮੈਨੂੰ ਜ਼ਰੂਰਤ ਹੈਗੀ ਆ, ਜਾਣੀ ਕਿ ਤੁਸੀਂ ਸਾਨੂੰ ਟੈਲੀਫੋਨ ਕਾਲ ਜ਼ਰੂਰ ਕਰੋ। ਪੈਸਿਆਂ ਲਈ ਵੀ ਜਿਹੜਾ ਹੈਗਾ ਟੈਲੀਫੋਨ ਕਰੋ, ਅਤੇ ਜਾਣੀ ਕਿ ਜਿਹੜਾ ਹੈਗਾ ਇਸ ਜਿਹੜਾ ਮੁੱਦਾ ਹੈਗਾ ਅੱਜ ਜਿਹੜਾ ਮੈਂ ਡਿਸਕਸ ਵੀ ਤੁਹਾਨੂੰ ਕਰ ਰਿਹਾ, ਉਹਦੇ ਵਿੱਚ ਵੀ ਜੇ ਤੁਸੀਂ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰੋ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ। ਹਾਂਜੀ ਚੌਹਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਦੇਖੋ, ਜਿਹੜਾ ਆਪਨੇ ਵਿਸ਼ਾ ਰੱਖਿਆ ਵਿਆਹਾਂ ਦਾ ਯਾਨੀ ਵਪਾਰੀਕਰਨ, ਦੇਖੋ ਆਪਾਂ ਜਿਹੜੀ ਆਪਣਾ ਸਮਾਜ ਜਿਹੜਾ ਉਹ ਹੋਰ ਗੱਲਾਂ ਤਾਂ ਕਰਦਾ ਹੋਰ, ਪਰ ਅਮਲ ਤੋਂ ਬਿਲਕੁਲ ਉਲਟ ਹੈ। ਹਾਂਜੀ, ਕਿਉਂਕਿ ਦੇਖੋ ਆਮ ਕਿਹਾ ਜਾਂਦਾ ਜੀ ਵੀ ਜਿਹੜੀਆਂ ਸ਼ਾਦੀਆਂ ਇਹ ਤਾਂ ਉੱਪਰੋਂ ਮਤਲਬ ਸਭ ਹੁੰਦਾ ਸਾਰਾ, ਵੀ ਥੱਲੇ ਤਾਂ ਅਸੀਂ ਸੈਲੀਬ੍ਰੇਟ ਕਰਦੇ ਹਾਂ। ਵੀ ਹਰੇਕ ਵੀ ਜਿਹੜੀ ਸ਼ਾਦੀ ਆ ਵੀ ਉੱਪਰੋਂ ਹੀ ਤੈਅ ਹੁੰਦੀ ਹੈ। ਇਹ ਉੱਪਰ ਤਾਂ ਨਹੀਂ ਸਮਝ ਲੱਗੀ ਮੈਨੂੰ ਚੌਹਾਨ ਸਾਹਿਬ ਦੇ ਉੱਪਰ ਹੈ ਕਿੱਥੇ? ਨਹੀਂ, ਜੇ ਤਾਂ ਕੋਈ ਕੁਐਸਚਨ ਕਰੇ ਫੇਰ ਹੀ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਦੇਖੋ ਵੀ ਕਾਰਡਾਂ ਤੇ ਵੀ ਇਹ ਸਾਰੇ ਦੇਖੋ ਲਿਖਿਆ ਜਾਂਦਾ ਵੀ ਸੈਟਲਡ ਇਨ ਹੈਵਨ, ਸੈਲੀਬ੍ਰੇਟਡ ਔਨ ਅਰਥ। ਹਾਂਜੀ ਹਾਂਜੀ ਹਾਂਜੀ। ਪਰ ਉਹ ਦੇਖੋ ਵੀ ਬੜੀ ਤਾਂ ਗੱਲ ਆ ਵੀ ਇਹ ਜਿਹੜਾ ਸ਼ਾਦੀ ਦਾ ਇਹ ਤਾਂ ਇੰਨਾ ਗੰਭੀਰ ਹੈਗਾ ਆ ਵੀ ਸਾਰਾ ਜੀਵਨ ਬਿਤਾਉਣਾ ਹੁੰਦਾ। ਹਾਂਜੀ ਹਾਂਜੀ। ਕਿਉਂਕਿ ਹੁਣ ਦੇਖੋ ਕਿ ਜੇ ਕਿਸੇ ਦੀ ਸ਼ਾਦੀ ਜਿਹੜੀ ਆ ਵੀ 20 ਸਾਲ ਦੀ ਉਮਰ 'ਚ ਹੁੰਦੀ ਆ ਤਾਂ ਬਾਕੀ ਕਿੰਨੀ ਉਮਰ ਤੱਕ ਰਹਿਣਾ, ਪਰਿਵਾਰ ਵੀ ਹੋਣੇ ਆ, ਫਿਰ ਉਹਨੂੰ ਸਫਲ ਕਿੱਦਾਂ ਬਣਾਉਣਾ? ਬਿਲਕੁਲ। ਪਰ ਜਿਹੜਾ ਹੁਣ ਵਪਾਰੀ ਕਰਨੇ ਆ ਉਹਦਾ ਜ਼ਿਆਦਾ ਏਦਾਂ ਵੀ ਬਹੁਤੇ ਇਸ ਮੁਲਕ ਦੇ ਵਿੱਚ ਜਾਂ ਬਾਹਰ ਸੈਟਲ ਹੋਣ ਲਈ ਕਰਾਉਂਦੇ ਆ, ਔਰ ਉਹ ਬਹੁਤ ਜਾਣੀ ਕਈਆਂ ਨੂੰ ਦੁੱਖ ਝੱਲਣਾ ਪੈਂਦਾ। ਔਰ ਇਹ ਜਿਹੜੇ ਮੁਲਕ ਆ ਇੱਥੇ ਦਫ਼ਤਰਾਂ ਦੇ ਵਿੱਚ ਝੂਠ ਨਹੀਂ ਬੋਲਦੇ, ਕਿਉਂਕਿ ਇੱਥੇ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ, ਸਾਰਾ ਕੁਝ ਹੁੰਦਾ ਆ, ਉਹ ਬਿਲਕੁਲ ਉਹ ਚੈੱਕ ਕਰਦੇ ਆ। ਪਰ ਆਪਣੇ ਬੰਦੇ ਉਹਨਾਂ ਦੇ ਵਿੱਚ ਵੀ ਹੇਰਾਫੇਰੀ ਕਰਦੇ ਆ। ਬਿਲਕੁਲ ਬਿਲਕੁਲ ਕਰਦੇ ਜੀ। ਉਹ ਕਿਉਂਕਿ ਹੁਣ ਮੇਰੇ 1-2 ਕੇਸ ਜਾਣੀ ਆਏ ਆ ਵੀ ਉਹ ਜਾਣੀ ਮਤਲਬ ਕਈ ਵਾਰੀ ਰਜਿਸਟਰਾਰ ਉਹ ਵਿਆਹ ਨਹੀਂ ਕਰਦਾ, ਕਿਉਂਕਿ ਉਹ ਡਾਕੂਮੈਂਟ ਕਈ ਵਾਰੀ ਉਹਨਾਂ ਨੂੰ ਉਹ ਜਾਲੀ ਲੱਗਦੇ ਆ। ਪਰ ਜਦੋਂ ਮੰਨ ਵੀ ਜਾਂਦੇ ਆ, ਪਰ ਵੱਡੀ ਤਾਂ ਗੱਲ ਆ ਵੀ ਉਹ ਜਿਹੜਾ ਕੋਈ ਵੀ ਲੜਕੀ ਨੂੰ ਪੱਕਾ ਕਰਾਉਣਾ, ਉਹ ਜਿਹੜਾ ਲੜਕਾ ਆ ਉਹਨੂੰ ਕੰਡੀਸ਼ਨ ਆ ਉਹਦੇ ਵਿੱਚ ਵੀ ਉਹ ਕੰਮ ਕਰਦਾ ਹੋਣਾ ਚਾਹੀਦਾ, ਉਹਦੀ ਪੇ ਹੋਣੀ ਚਾਹੀਦੀ ਆ, ਰਹਿੰਦਾ ਕਿੱਥੇ ਆ, ਬੈਂਕ 'ਚ ਪੈਸੇ ਵੀ ਆ। ਪਰ ਕਈਆਂ ਕੋਲ ਤਾਂ ਕੁਝ ਵੀ ਨਹੀਂ ਹੁੰਦਾ। ਹਾਂਜੀ ਹਾਂਜੀ। ਕਿਉਂਕਿ ਜੇ ਹੁਣ ਵਿਆਹ ਰਜਿਸਟਰ ਹੋ ਗਿਆ ਤਾਂ ਉਹ ਲੜਕੀ ਤਾਂ ਪੱਕੀ ਹੋਣਾ ਨਹੀਂ। ਪਰ ਉਹ ਇਦਾਂ ਦਾ ਜਾਨੀ ਫਸਾ ਕੇ ਹੈ ਨਾ ਵੀ ਇੱਕ ਹੋਰ ਨਵਾਂ ਝੰਜਟ ਖੜਾ ਕਰ ਦਿੰਦੇ ਆ। ਹਾਂ ਹਾਂ, ਇਦਾਂ ਜੀ, ਇਦਾਂ। ਉਹ ਵਿਆਹਾਂ ਦੇ ਵਿੱਚ ਇੱਥੇ ਮੈਂ ਦੇਖਿਆ ਵੀ ਇੰਨੇ ਝਗੜੇ ਹੋ ਰਹੇ ਆ, ਔਰ ਕਈ ਜਾਨੀ ਮਤਲਬ ਇੱਥੇ ਤੱਕ ਵੀ ਹੁੰਦਾ ਵੀ ਉਹ ਮੌਤ ਵੀ ਹੁੰਦੀ ਆ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਉਹ ਸੁਸਾਈਡ ਦੀ ਹੁਣ ਰੋਜ਼ ਹੀ ਘਰ ਦੇ ਵਿੱਚ ਝਗੜਾ ਹੋਣਾ ਜਾਂ ਕਿੱਦਾਂ ਹੋਣਾ, ਤਾਂ ਉਹ ਫਿਰ ਬਹੁਤ ਹੁਣ ਉੱਧਰੋਂ ਤਾਂ ਸੋਚ ਲੈਂਦੇ ਹੋ ਜੀ ਵੀ ਉੱਥੇ ਬਹੁਤ ਚੰਗੇ ਮੁਲਕ ਚਲੇ ਗਏ ਆ ਤਾਂ ਠੀਕ ਠਾਕ ਹੋਣਾ, ਪਰ ਨਹੀਂ, ਏਦਾਂ ਹੁੰਦਾ ਨਹੀਂ। ਇਹ ਬਹੁਤ ਮਤਲਬ ਕਲੇਸ਼ ਹੈ। ਪਰ ਬੜੀ ਤਾਂ ਗੱਲ ਅਸੀਂ ਦੇਖੀਏ ਵੀ ਅਸੀਂ ਜਿਹੜੇ
ਕੋਈ ਚੰਗੀ ਉੱਚੀ ਪੋਜੀਸ਼ਨਾਂ ਦੇ ਵਿੱਚ ਆ ਉਹ ਵੀ ਆਪਣੀ ਫਰਜ਼ ਨਹੀਂ ਨਿਭਾਉਂਦੇ, ਬਿਲਕੁਲ ਨਹੀਂ ਨਿਭਾਉਂਦੇ, ਬਿਲਕੁਲ ਬਿਲਕੁਲ ਨਹੀਂ। ਜੇ ਹੁਣ ਅਸੀਂ ਬੜੇ ਬੜੇ ਲੀਡਰਾਂ ਦੀ ਗੱਲ ਕਰੀਏ ਵੀ ਜਿੱਦਾਂ ਹੁਣ ਮੈਂ ਦੇਖਿਆ ਵੀ ਜਿਹੜਾ ਮੋਹਨਦਾਸ ਗਾਂਧੀ ਸੀਗਾ ਤਾਂ ਰਾਜਗੋਪਾਲਾਚਾਰੀ ਆ, ਉਹਨਾਂ ਦੇ ਵੱਖਰੇ ਵੱਖਰੀਆਂ ਕਾਸਟਾਂ ਸੀ। ਹਾਂਜੀ ਹਾਂਜੀ ਹਾਂਜੀ। ਦੇਖੋ ਇੱਕ ਤਾਂ ਉਹ ਨਹੀਂ ਮੁਲਕ ਉਹ ਕਹਿੰਦੇ ਆ ਜੀ ਵੀ ਉਹ ਨੇਸ਼ਨ ਬਿਲਡਰ ਹੋਏ ਆ, ਵੀ ਉਹ ਤਾਂ ਪਰਿਵਾਰ ਨੂੰ ਨਹੀਂ ਬਿਲਡ ਕਰ ਸਕੇ। ਵੀ ਜਦ ਹੁਣ ਉਹਨਾਂ ਦੇ ਉਹ ਲੜਕੇ ਤੇ ਲੜਕੀ ਨੇ, ਗਾਂਧੀ ਦੇ ਲੜਕੇ ਨੇ ਤਾਂ ਉਹਦੀ ਲੜਕੀ ਨੇ ਲక్ష్ਮੀ ਨੇ ਕਿਹਾ ਵੀ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ। ਉਹ ਦੋਨੇ ਦੇਖੋ ਰਾਜਗੋਪਾਲਾਚਾਰੀਆ ਵੀ ਔਖਾ ਹੋਇਆ, ਗਾਂਧੀ ਨੂੰ ਤਾਂ ਹੋਣਾ ਹੀ ਸੀ। ਉਹਨੇ ਉਹ ਮਦਨ ਮੋਹਨ ਵਾਲਮੀਕੀ ਕੋਲ ਗਏ ਵੀ ਤੂੰ ਸਾਡਾ ਫੈਸਲਾ ਕਰਾ ਦੇ ਤਾਂ ਉਹ ਉਹਨੇ 6 ਸਾਲ ਲਾਏ ਜਾਣੇ, 6 ਸਾਲ ਲਾ ਕੇ ਕਿਹਾ ਵੀ ਤੁਹਾਡਾ ਵਿਆਹ ਨਹੀਂ ਹੋ ਸਕਦਾ, ਵੀ ਉਹਨਾਂ ਦੀ ਜਾਤ ਹੋ ਰਿਹਾ ਤੁਹਾਡੀ ਹੋ ਰਿਹਾ। ਉਹ ਫਿਰ ਹੁਣ ਉਹ ਦੋਨੇ ਹੀ ਪੜ੍ਹੇ ਸੀ, ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਝੰਜਟ 'ਚ ਪੈਂਦੇ ਕਿਉਂ? ਬਿਲਕੁਲ ਬਿਲਕੁਲ, ਤੁਸੀਂ ਰਜਿਸਟਰ ਕਰਾਓ, ਕਿਉਂਕਿ ਜਿਹੜੇ ਅੰਗਰੇਜ਼ ਸੀ ਨਹੀਂ ਰਜਿਸਟਰ ਉੱਥੇ ਸ਼ੁਰੂ ਕੀਤਾ ਵਿਆਹ, ਵੀ ਇਹੀ ਵਿਆਹ ਆ, ਬਾਕੀ ਦੂਸਰਾ ਤਾਂ ਜ਼ਰੂਰੀ ਨਹੀਂ ਹੈਗਾ। ਹਾਂਜੀ ਹਾਂਜੀ। ਹੁਣ ਇੱਥੇ ਵੀ ਤੁਸੀਂ ਦੇਖੋ ਵੀ ਜਿਹੜੇ ਸਮਾਜ ਦੇ ਵਿੱਚ ਜਿਹੜਾ ਜਿਸ ਪਾਸੇ ਨੂੰ ਚੱਲ ਰਿਹਾ ਸਮਾਜ, ਇਹ ਬਹੁਤ ਇੱਕ ਗੜਬੜ ਆ। ਬਿਲਕੁਲ ਬਿਲਕੁਲ, ਕਿਉਂਕਿ ਪੈਸੇ ਦੀ ਲਾਲਚ ਦੇ ਨਾਲ ਕਰਨਾ। ਹੁਣ ਦੇਖੋ ਲੜਕੀਆਂ ਆ ਕੇ ਉਦਾਂ ਹੀ ਫਿਰਦੀਆਂ, ਲੜਕੇ ਕਿ ਇਦਾਂ ਖਰਾਬ ਹੋ ਰਿਹਾ ਆ, ਔਰ ਬਹੁਤ ਜਾਨੀ ਉਹ ਜੀਵਨ ਜਿਹੜਾ ਖਰਾਬ ਹੋ ਰਿਹਾ, ਨਰਕ ਬਣ ਰਿਹਾ ਜੀ, ਨਰਕ। ਨਹੀਂ ਹੁਣ ਫਿਰ ਦੇਖੋ ਕੋਈ ਵੀ ਜਿਹੜਾ ਬੰਦਾ ਹੈ ਉਹਦੀ ਲੜਕੀ ਨਾਲ ਇਦਾਂ ਹੋ ਰਹੀ, ਉਹ ਲੜਕੀ ਪੇਰੈਂਟਸ ਕਿੰਨੇ ਦੁਖੀ ਹੈ। ਹਾਂਜੀ ਹਾਂਜੀ, ਕਿਉਂਕਿ ਲੜਕਿਆਂ ਦੇ ਨਾਲ। ਪਰ ਇਹ ਦੇਖੋ ਇਹ ਰੁਕਣਾ ਚਾਹੀਦਾ। ਹੁਣ ਬਾਕੀ ਸਰਕਾਰਾਂ ਬਹੁਤ ਇੱਥੇ ਹੈਰਾਨ ਆ। ਦੇਖੋ ਹੁਣ ਕੈਨੇਡਾ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਉਹ ਜਦ ਇੱਦਾਂ ਦੇ ਕੇਸ ਖਰਾਬ ਹੁੰਦੇ ਤੇ ਜਿਹੜਾ ਹੋਮ ਆਫਿਸ ਆ, ਉਹ ਹੋਮ ਹਾਊਸ ਦੇ ਬੰਦੇ ਵੀ ਬਹੁਤ ਹੈਰਾਨ ਹੁੰਦੇ ਵੀ ਲੋਕ ਕਰਦੇ ਕੀ ਹੈ। ਹਾਂਜੀ ਹਾਂਜੀ। ਤੇ ਇਸ ਕਰਕੇ ਜਾਨੀ ਆਪਾਂ ਨੂੰ ਜ਼ਰੂਰ ਇਹ ਚਾਹੀਦਾ ਵੀ ਦੇਖੋ ਜਿਹੜਾ ਇਦਾਂ ਦਾ ਬੇਕਾਰੀਕਰਨ ਨਹੀਂ ਹੋਣਾ ਚਾਹੀਦਾ, ਜਿਹੜਾ ਮੈਰਿਜ ਉਹ ਸਹੀ ਹੋਣਾ ਚਾਹੀਦਾ। ਥੈਂਕ ਯੂ ਜੀ। ਇੰਨਾ ਹੀ ਕਹਿੰਦਾ ਹੈ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਤੇ ਅਸੀਂ ਮੇਰੇ ਵੀਰ ਫਕੀਰ ਚੰਦ ਚੌਹਾਨ ਹੋਣੀ ਜਿਨ੍ਹਾਂ ਨੇ ਬਰਮਿੰਘਮ ਤੋਂ ਫੋਨ ਕੀਤਾ। ਹਰ ਵਾਰੀ ਇਹ ਵੀ ਬਹੁਤ ਲਾਹੇਵੰਦ ਅਤੇ ਬਹੁਤ ਮੀਨਿੰਗਫੁਲ ਅਤੇ ਬਹੁਤ ਉੱਚ ਪਾਏ ਦੀ ਜਿਹੜੀ ਹੈਗੀ ਆ ਕੰਟਰੀਬਿਊਸ਼ਨ ਪਾ ਕੇ ਜਾਂਦੇ ਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈਗਾ। ਤੁਸੀਂ ਯਾਨੀ ਕਿ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਆ? ਤੁਸੀਂ ਫਲੱਡ ਦੇ ਲਈ ਯਾਨੀ ਕਿ ਜਿਹੜੀ ਅਸੀਂ ਅਪੀਲ ਵੀ ਕਰ ਰਹੇ ਹੈਗੇ ਆ, ਉਹਦੇ ਲਈ ਵੀ ਜਿਹੜਾ ਹੈਗਾ ਤੁਸੀਂ ਸਾਨੂੰ ਜ਼ਰੂਰ ਦਾਨ ਦਿਓ। ਟੈਲੀਫੋਨ ਨੰਬਰ ਜਿਹੜਾ ਹੈਗਾ ਤੁਹਾਡੇ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ 44 ਅਤੇ ਬਾਕੀ ਦਾ ਨੰਬਰ 300 770 2246 ਕਮਾਉਣਾ ਪਊਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹੈਲੋ ਮੋਮੀ ਸਾਹਿਬ, ਕਾਲ ਜਿਹੜੀ ਥਰੂ ਨਹੀਂ ਹੋ ਰਹੀ। ਦੇਖੋ ਲੈ ਵੀ ਕੀ ਗੱਲ ਹੈ। ਕਾਲ ਜਾਣੀ ਕਿ ਆਈ ਸੀ ਅਤੇ ਫਿਰ ਪਤਾ ਨਹੀਂ ਥਰੂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਮੋਮੀ ਸਾਹਿਬ, ਕਾਲ ਜਿਹੜੀ ਹੈਗੀ ਉਹ ਥਰੂ ਨਹੀਂ ਹੋ ਰਹੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਪਤਾ ਨਹੀਂ ਕੀ ਗੱਲ ਹੈ। ਜਿਹੜਾ ਹੈਗਾ ਮੋਮੀ ਸਾਹਿਬ ਦੇਖੋ ਲੈ ਵੀ ਕੀ ਗੱਲ ਕੀ ਹੈ। ਕਾਲ ਜਿਹੜੀ ਹੈ ਨਾ ਉਹ ਥਰੂ ਨਹੀਂ ਹੋ ਰਹੀ ਹੈ। ਹੈਲੋ ਹੈਲੋ ਲਾਈਟ ਤਾਂ ਇਨਕੀ ਆ ਰਹੀ ਹੈਗੀ ਆ, ਪਰ ਕਾਲ ਜਿਹੜੀ ਥਰੂ ਨਹੀਂ ਹੋ ਰਹੀ ਹੈਗੀ। ਪਤਾ ਨਹੀਂ ਕੀ ਗੱਲ। ਜਿਹੜੀ ਸੀ ਗੱਲ ਮੈਂ ਕਰ ਰਿਹਾ ਲੈ ਵੀ ਇਹ ਜਿਹੜਾ ਸਾਡੇ ਮੋਰਲਸ ਅਤੇ ਐਥਿਕਸ ਹੈਗੇ ਆ ਵਿਆਹਾਂ ਬਾਰੇ, ਯੂਰਪੀਅਨ ਕੰਟਰੀਜ਼ ਦੇ ਵਿੱਚ ਵੀ ਯਾਨੀ ਕਿ ਜਦੋਂ 70s ਦੇ ਵਿੱਚ ਯਾਨੀ ਕਿ ਲੋਕ ਬਹੁਤ ਸਾਰੇ ਹੈਗੇ, ਉਹਨਾਂ ਨੇ ਵੀ ਇੱਦਾਂ ਗੋਰੀਆਂ ਨਾਲ ਵਿਆਹ ਕਰਕੇ ਪੱਕੇ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡਤਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਕੈਨੇਡਾ ਤੋਂ ਸ਼ਾਂਤੀ ਬੋਲਦੀ ਹਾਂ ਜੀ। ਹਾਂਜੀ ਸ਼ਾਂਤੀ ਜੀ, ਕੀ ਕਹਿਣਾ ਚਾਹੁੰਦੇ ਆ? ਫੇਕ ਮੈਰਿਜਸ ਦਾ ਤੁਸੀਂ ਅੱਜ ਪ੍ਰੋਗਰਾਮ ਲੈ ਕੇ ਆਏ ਆ। ਹਾਂਜੀ ਹਾਂਜੀ ਹਾਂਜੀ। ਮੈਨੂੰ ਲੱਗਦਾ ਕਿ ਇੰਗਲੈਂਡ ਵਾਲਿਆਂ ਨੂੰ ਹੁਣ ਪਤਾ ਲੱਗਾ, ਅਸੀਂ ਕੈਨੇਡਾ ਵਾਲਿਆਂ ਦਾ 30-40 ਸਾਲ ਤੋਂ ਇਹ ਕੰਮ ਹੋ ਰਿਹਾ। ਇੱਥੇ ਤਾਂ ਸਾਡੇ ਨੇਬਰ ਆ, ਉਹਨਾਂ ਨੇ ਸਿਰਫ ਇੱਕ ਲੇਡੀ ਨੂੰ ਮੰਗਾਇਆ ਸੀ, ਉਹਨੇ ਆਪਣੀ ਦਰਾਣੀ ਨੂੰ। ਉਹਦਾ ਸਾਰਾ ਪਿੰਡ ਆਇਆ। ਮੈਂ ਕਿਹਾ ਇਹ ਕਿਵੇਂ ਆ ਗਿਆ? ਕਹਿੰਦੀ ਇਹਨੇ ਮਾਸੀ ਦੇ ਭੂਆ ਨਾਲ, ਕੁੜੀ ਦੇ ਭੂਆ ਨਾਲ, ਕਹਿੰਦੀ ਝੂਠੀਆਂ ਲਾਵਾਂ ਲੈ ਕੇ ਝੂਠੇ ਵਿਆਹ ਕਰਾ ਕੇ ਸਾਰੇ ਕੈਨੇਡਾ ਆ ਗਏ। ਵਾਹ ਵਾਹ। ਇੱਥੇ ਇੱਕ ਨਹੀਂ ਹੈਗੇ। ਜੇ ਤੁਸੀਂ ਦੇਖੋਗੇ ਜਾਂ ਤੁਸੀਂ ਆ ਕੇ ਇੱਥੇ ਦੀਆਂ ਸਟੋਰੀਆਂ ਸੁਣੋਗੇ, ਲੋਕਾਂ ਨੇ ਪਿੰਡਾਂ ਦੇ ਪਿੰਡ ਹੀ ਸੱਦੇ ਹੋਏ ਆ ਫੇਕ ਮੈਰਿਜ ਕਰ ਕਰਕੇ। ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਲਾਵਾਂ ਵੀ ਲਈਆਂ। ਇੱਕ ਨੂੰ ਮੈਂ ਕਿਹਾ ਭੈਣ ਜੀ ਉਹ ਕਿਵੇਂ ਆਈ ਸੀ? ਕਹਿੰਦੀ ਇੰਡੀਆ ਅਸੀਂ ਗਏ ਤੇ
ਤੁਸੀਂ ਤੁਹਾਨੂੰ ਸੁਣ ਰਹੇ ਹੋ ਵੀ? ਹਾਂ ਸੁਣ ਰਿਹਾ, ਕਰੋ ਗੱਲ। ਹਾਂਜੀ। ਹਾਂਜੀ, ਉਹ ਕਹਿੰਦੀ ਵੀ ਅਸੀਂ ਇੰਡੀਆ ਇਹਦਾ ਵਿਆਹ ਕੀਤਾ ਸੀ। ਮੈਂ ਕਿਹਾ ਕਿਵੇਂ ਕੀਤਾ? ਕਹਿੰਦੀ ਅਸੀਂ ਅੱਧੇ ਬੰਦੇ ਉੱਧਰ ਹੋ ਗਏ, ਅੱਧੇ ਉੱਧਰ ਹੋ ਗਏ, ਲਾਵਾਂ ਲੈ ਲਈਆਂ, ਪਹਿਲਾਂ ਕੁੜੀ ਦੇ ਪਿੰਡ ਚਲ ਗਏ, ਫਿਰ ਮੁੰਡੇ ਦੇ ਪਿੰਡ ਚਲ ਗਏ, ਤੇ ਅਸੀਂ ਮੂਵੀ ਉਹਨਾਂ ਦੇ ਪਹਿਲਾਂ ਉਹਨਾਂ ਦਿਨਾਂ 'ਚ ਨਾ, ਤੋਂ 30 ਸਾਲ ਪਹਿਲਾਂ ਉਹਨਾਂ ਨੇ ਮੂਵੀ ਦੇਖਣੀ ਹੁੰਦੀ ਵਿਆਹ ਦੀ। ਹਾਂਜੀ। ਤੁਸੀਂ ਸੱਚੀ ਗ੍ਰੰਥ ਸਾਹਿਬ ਦੇ ਮੋਹਰੇ ਲਾਵਾਂ ਲਈਆਂ ਆ, ਫਿਰ ਪ੍ਰੂਫ ਕਰਨਾ ਪੈਂਦਾ ਸੀ ਪਿਕਚਰਸ ਦਾ, ਮੂਵੀ ਦਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਲੋਕਾਂ ਨੇ ਆਪਸ ਵਿੱਚ ਹੀ ਦੱਸਣ ਲੱਗ ਪਏ ਇਮੀਗ੍ਰੇਸ਼ਨ ਨੂੰ ਵੀ ਇਹ ਝੂਠੇ ਵਿਆਹ ਆ, ਫੇਕ ਵਿਆਹ ਆ। ਫਿਰ ਉਹ ਕਹਿੰਦੇ ਵੀ ਜਿੰਨਾ ਚਿਰ ਤੁਹਾਡੇ ਬੱਚਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਤੁਹਾਨੂੰ ਅਸੈਪਟ ਨਹੀਂ ਕਰਨਾ ਤੁਹਾਡੀਆਂ ਮੈਰਿਜਸ। ਫਿਰ ਉਹ ਥੋੜਾ ਜਿਹਾ ਸਟਾਪ ਹੋ ਗਿਆ, ਫਿਰ ਉਹ ਸਿਲਸਿਲਾ ਜਿਹੜਾ ਸੀ ਉਹ ਬੰਦ ਹੋ ਗਿਆ। ਹੁਣ ਜਿਹੜਾ ਸਟੂਡੈਂਟ ਦਾ ਸਿਲਸਿਲਾ ਚੱਲਿਆ ਨਾ, ਇਹਦੇ ਵਿੱਚ ਆਈਲੈਟ ਕਰ ਲੈਂਦੇ ਆ ਇੰਡੀਆ ਬੱਚੇ, ਉੱਥੇ ਹੀ ਉਹ ਜਿਹਦੇ ਕੋਈ ਕੁੜੀ ਗਰੀਬ ਆ ਉਹ ਪੜ੍ਹ ਸਕਦੀ ਆ, ਆਈਲੈਟ ਕਰ ਲਿਆ ਉਹਨੇ, ਕੋਈ ਹੋਰ ਮੁੰਡੇ ਵਾਲੇ ਅਫੋਰਡ ਕਰਦੇ ਆ, ਉਹ ਕਹਿੰਦੇ ਚਲੋ ਵੀ ਤਾਂ ਅਸੀਂ $20 ਲੱਖ ਅਸੀਂ 20 ਲੱਖ ਰੁਪਈਆ ਅਸੀਂ ਲਾ ਕੇ ਕੁੜੀ ਨੂੰ ਭੇਜ ਦਿੰਦੇ ਆ, ਸਾਡੇ ਮੁੰਡੇ ਨੂੰ ਸੱਦ ਲਵੇ। ਇੱਥੇ ਆ ਕੇ ਹਾਲਾਤ ਵੱਖਰੇ ਉਹ ਦੇਖਦੀ ਆ, ਕਹਿਣ ਤੇ ਸੁਣਨ ਵਿੱਚ ਜਾਂ ਕਰਨ ਵਿੱਚ ਬਹੁਤ ਫਰਕ ਆ। ਇੱਥੇ ਆ ਕੇ ਕੁੜੀ ਉਹਦੇ ਨਾਲ ਕਈ ਕੁੜੀਆਂ ਤਾਂ ਇਹੋ ਜਿਹੀਆਂ ਆ ਜਿਹੜੇ ਕਿ ਮੁੰਡਿਆਂ ਦੇ ਫੋਨ ਚੱਕਣੋਂ ਹੀ ਹਟ ਗਈਆਂ, ਉਹਨਾਂ ਨੇ ਆਪਣੇ ਹੋਰ ਰਿਲੇਸ਼ਨ ਬਣਾ ਲਏ ਇੱਥੇ ਆ ਕੇ, ਜਾਂ ਉਹ ਚਾਹੁੰਦੀਆਂ ਸੀ ਅਸੀਂ। ਸ਼ਾਂਤੀ ਜੀ, ਟਾਈਮ ਬਿਲਕੁਲ ਫਿਨਿਸ਼ ਹੋ ਗਿਆ। ਮੈਂ ਯਾਨੀ ਕਿ ਸਾਰੇ ਕਾਲਜ ਦਾ ਬਹੁਤ ਧੰਨਵਾਦੀ ਹਾਂ। ਅਗਲੇ ਹਫਤੇ ਤੁਹਾਡੇ ਲਈ ਮੈਂ ਕੋਈ ਹੋਰ ਪ੍ਰੋਗਰਾਮ ਇਹੋ ਜਿਹਾ ਲੈ ਕੇ ਆਊਂਗਾ। ਹੈਵ ਅ ਗੁੱਡ ਡੇ, ਬੈਸਟ ਵਿਸ਼ੇਸ, ਥੈਂਕ ਯੂ।